ਵਾਹਿਗੁਰੂ ਜੀ। ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ, ਤਾਂ ਹੀ ਤੁਹਾਡੇ ਤੱਕ ਵੀਡੀਓ ਸਭ ਤੋਂ ਪਹਿਲਾਂ ਪਹੁੰਚੇਗੀ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ। ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਘਰ ਦੂਜਾ ਦੋ ਪਦੇ, ਇੱਕ ਓੰਕਾਰ। ਸਤਿਗੁਰ ਪ੍ਰਸਾਦ, ਸਗਲ ਬਨਸਪਤ ਮਹਿ ਬੈਸੰਤਰ। ਸਗਲ ਦੂਧ ਮਹਿ ਘੀਆ, ਊਚ ਨੀਚ ਮਹਿ ਜੋਤ ਸਮਾਣੀ। ਘਾਟ ਘਾਟ ਮਾਧੋ ਜੀਆ, ਸਗਲ ਬਨਸਪਤ ਮਹਿ ਬੈਸੰਤਰ। ਸਗਲ ਦੂਧ ਮਹਿ ਘੀਆ, ਊਚ ਨੀਚ ਮਹਿ ਜੋਤ ਸਮਾਣੀ। ਘਾਟ ਘਾਟ ਮਾਧੋ ਜੀਆ, ਸੰਤੋ ਘਾਟ ਘਾਟ ਰਹਿਆ ਸਮਾਹਿਓ। ਪੂਰਨ ਪੂਰ ਰਹਿਓ ਸਰਬ ਮਹਿ, ਜਲ ਥਲ ਰਮਈਆ ਆਹਿਓ। ਰਹਾਉ ਗੁਣ ਨਿਧਾਨ ਨਾਨਕ ਜਸ ਗਾਵੈ। ਸਤਿਗੁਰ ਪਰਮ ਚੁਕਾਇਓ, ਸਰਬ ਨਿਵਾਸੀ ਸਦਾ ਅਲੀਪਾ। ਸਭ ਮਹਿ ਰਹਿਆ ਸਮਾਇਓ, ਗੁਣ ਨਿਧਾਨ ਨਾਨਕ ਜਸ ਗਾਵੈ। ਸਤਿਗੁਰ ਪਰਮ ਚੁਕਾਇਓ, ਸਰਬ ਨਿਵਾਸੀ ਸਦਾ ਅਲੀਪਾ। ਸਭ ਮਹਿ ਰਹਿਆ ਸਮਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਅੰਤਰਜਾਮੀ ਸਤਿਗੁਰੂ, ਬਖਸ਼ਿਸ਼ਾਂ ਦੇ ਭੰਡਾਰ, ਰਹਿਮਤਾਂ ਦੇ ਖਜ਼ਾਨੇ, ਸੁੱਖਾਂ ਦੇ ਸਾਗਰ, ਸ਼ਾਹੀ ਸ਼ਹਿਨਸ਼ਾਹ ਵਾਲੀਏ ਕੁਲ ਆਲਮ ਸਰਵਰੇ ਕਾਇਨਾਤ, ਦਸਾਂ ਪਾਤਸ਼ਾਹੀਆਂ ਦੀ ਜਗਦੀ ਜੋਤ। ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅਪਾਰ ਅਪਾਰ ਬਖਸ਼ਿਸ਼ ਕਿਰਪਾ ਸਦਕਾ ਪਾਤਸ਼ਾਹ ਜੀ ਦੇ ਪਾਵਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਜ ਰਹੀ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਅਲੌਕਿਕ ਅਦਭੁਤ ਸਥਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਦਿਦਾਰੇ ਪ੍ਰਾਪਤ ਕਰ ਰਹੀ ਗੁਰੂ ਕੀ ਸਾਜੀ ਅਤੇ ਨਿਵਾਜੀ, ਗੁਰੂ ਸਵਾਰੀ, ਗੁਰੂ ਪਿਆਰੀ, ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ। ਵੱਡਿਆਂ ਭਾਗਾਂ ਵਾਲੇ ਹੋ, ਸਤ ਸੰਗਤ ਦੀ ਪ੍ਰਾਪਤੀ ਕਰਕੇ ਆਪਣੇ ਇਸ ਅਮੋਲਕ ਜੀਵਨ ਦੇ ਵਿੱਚ
ਪਾਤਸ਼ਾਹ ਜੀ ਦੇ ਬਖਸ਼ੇ ਹੋਏ ਨਾਮ ਦੀ ਰੰਗਤ ਨੂੰ ਭਰਦਿਆਂ ਹੋਇਆਂ ਇਸ ਮਨੁੱਖਾ ਜਨਮ ਨੂੰ ਸਫਲ ਕਰਨ ਦਾ ਯਤਨ ਕਰਦੇ ਹੋ। ਸੰਗਤ ਦਾ ਇਨਸਾਨ ਦੇ ਉੱਪਰ ਪ੍ਰਭਾਵ ਪੈਂਦਾ ਹੈ, ਇਹ ਆਪਾਂ ਪਾਵਨ ਬਾਣੀ ਦੇ ਵਿੱਚ ਸਰਵਣ ਕਰਦੇ ਰਹੇ ਹਾਂ। ਔਰ ਜਿਸ ਸਥਾਨ ਤੇ ਆਪ ਜੀ ਆਣ ਕਰਕੇ ਸੰਗਤ ਕਰ ਰਹੇ ਹੋ, ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਜੀਆਂ ਦੇ ਪਵਿੱਤਰ ਚਰਨ ਪਏ ਨੇ। ਮਹਾਰਾਜ ਜੀ ਨੇ ਕਿਰਪਾ ਕੀਤੀ ਹੈ। ਭਾਈ ਗੁਰਦਾਸ ਜੀ ਨੇ ਬੜਾ ਸੁੰਦਰ ਇੱਕ ਵਚਨ ਆਪਣੀ ਬਾਣੀ ਦੇ ਵਿੱਚ ਦਰਜ ਕੀਤਾ ਹੈ। ਕਹਿਣ ਲੱਗੇ, ਫਰਕ ਹੈ ਹਵਾ ਦੇ ਵਿੱਚ। ਇੱਕ ਹਵਾ ਜੋ ਸਵਾਸ ਲੈਣ ਦੇ ਲਈ ਸਾਨੂੰ ਜ਼ਰੂਰੀ ਹੈ, ਲੇਕਿਨ ਹਵਾ ਦੇ ਵਿੱਚ ਫਰਕ ਪੈ ਜਾਇਆ ਕਰਦਾ ਹੈ। ਇੱਕ ਹਵਾ ਆਉਂਦੀ ਹੈ ਤੇ ਬੱਦਲ ਚੜ੍ਹ ਕਰਕੇ ਆ ਜਾਂਦਾ ਹੈ, ਬਹੁਤ ਜ਼ਿਆਦਾ ਵਰਖਾ ਕਰਦਾ ਹੈ। ਇੱਕ ਹਵਾ ਆਉਂਦੀ ਹੈ, ਸਾਰੇ ਬੱਦਲ ਨੂੰ ਛਾਂਟ ਕਰਕੇ ਰੱਖ ਦਿਆ ਕਰਦੀ ਹੈ। ਫਰਕ ਹੈ। ਇੱਕ ਇਨਸਾਨ ਪ੍ਰਸ਼ਾਦਾ ਪਾਣੀ, ਜਲ ਪਾਣੀ ਛਕਦਾ ਹੈ, ਉਸ ਦੇ ਨਾਲ ਇਸ ਦਾ ਸਰੀਰ ਤੰਦਰੁਸਤ ਹੋ ਜਾਂਦਾ ਹੈ। ਇੱਕ ਉਹ ਪ੍ਰਸ਼ਾਦਾ ਪਾਣੀ ਹੋਇਆ ਕਰਦਾ ਹੈ, ਜਲ ਪਾਣੀ ਹੋਇਆ ਕਰਦਾ ਹੈ, ਜਿਸ ਦੇ ਨਾਲ ਇਹਦੀ ਦੇਹੀ ਨੂੰ ਅਨੇਕਾਂ ਹੀ ਰੋਗ ਵਿਆਪ ਜਾਂਦੇ ਨੇ। ਇੱਕ ਅੱਗ ਉਹ ਹੋਇਆ ਕਰਦੀ ਹੈ ਜਿਸ ਦੇ ਨਾਲ ਘਰ ਦੇ ਵਿੱਚ, ਰਸੋਈ ਦੇ ਵਿੱਚ ਭੋਜਨ ਵਿਅੰਜਨ ਬਣਾਉਣ ਦੇ ਲਈ, ਪਵਿੱਤਰ ਕਰਨ ਦੇ ਲਈ ਉਸ ਅੱਗ ਨੂੰ ਵਰਤਿਆ ਜਾਂਦਾ ਹੈ। ਇੱਕ ਅੱਗ ਉਹ ਹੈ ਜੋ ਅੱਗ ਭਵਨਾਂ ਨੂੰ, ਮਹਿਲਾਂ ਨੂੰ ਸਾੜ ਕਰਕੇ ਸਵਾਹ ਕਰ ਦਿਆ ਕਰਦੀ ਹੈ। ਇਸੇ ਪ੍ਰਕਾਰ ਭਾਈ ਗੁਰਦਾਸ ਜੀ ਕਹਿੰਦੇ, ਇੱਕ ਸੰਗਤ ਉਹ ਹੈ ਜਿੱਥੋਂ ਜੀਵਨ ਦੀ ਮੁਕਤੀ ਦਾ ਮਾਰਗ ਮਿਲਦਾ ਹੈ। ਇੱਕ ਸੰਗਤ ਉਹ ਹੋਇਆ ਕਰਦੀ ਹੈ ਜਿਹੜੀ ਸੰਗਤ ਕਰਨ ਦੇ ਨਾਲ ਇਨਸਾਨ ਜੰਮਪੁਰ ਨੂੰ ਜਾਂਦਾ ਹੈ। ਦੇਖੋ ਫਰਕ ਹੈ। ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ, ਕਹਿੰਦੇ, ਕਾਹੂ ਦਸ਼ਾ ਕੇ ਪਵਨ ਗਗਨ ਕੇ ਬਰਖਾ ਹੈ, ਕਾਹੂ ਦਸ਼ਾ ਕੇ ਪਵਨ ਬਾਦਰ ਬਿਲਾਤ ਹੈ। ਕਹਿੰਦੇ ਬੱਦਲਾਂ ਨੂੰ ਵੀ ਖੇਡ ਦਿਆ ਕਰਦੀ ਹੈ, ਬੱਦਲ ਚੜੇ ਹੋਏ ਨੇ। ਕਾਹੂ ਜਲ ਪਾਨ ਕੀਏ ਰਹਿਤ ਅਰੋਗ ਦੇਹੀ, ਕਾਹੂ ਜਲ ਪਾਨ ਵਿਆਪੇ ਬ੍ਰਿਥਾ ਬਿਲਲਾਤ ਹੈ, ਕਾਹੂ ਗ੍ਰਹਿ ਕੀ ਅਗਨ ਪਾਕ ਸਾਕ ਸਿੱਧ ਕਰੈ, ਕਾਹੂ ਗ੍ਰਹਿ ਕੀ ਅਗਨ ਭਵਨ ਜਰਾਤ ਹੈ, ਕਾਹੂ ਸੰਗਤ ਮਿਲ ਜੀਵਨ ਮੁਕਤ ਹੋਏ, ਕਾਹੂ ਕੀ ਸੰਗਤ ਮਿਲ ਜੰਮਪੁਰ ਜਾਤ ਹੈ। ਫਰਕ ਹੈ। ਇਹ ਸੰਗਤ ਜਿਸ ਰੋਜ਼ਾਨਾ ਆਪ ਜੀ ਕਰਦੇ ਹੋ, ਇੱਥੋਂ ਇਨਸਾਨ ਨੂੰ ਮੁਕਤੀ ਦਾ ਮਾਰਗ ਮਿਲਿਆ ਕਰਦਾ ਹੈ, ਪਾਂਧੀ ਬਣਦਾ ਹੈ ਇਨਸਾਨ। ਔਰ ਉਹ ਪਵਿੱਤਰ ਸਥਾਨ ਜਿਸ ਬਾਰੇ ਕਿਹਾ ਜਾਂਦਾ ਹੈ ਵੀ ਇਸ ਤੋਂ ਅੱਗੇ ਸਾਨੂੰ ਤਾਂ ਉਜਾੜ ਹੈ, ਇਹ ਤੋਂ ਅੱਗੇ ਕੁਝ ਨਹੀਂ ਸਿੱਖ ਵਾਸਤੇ, ਉਜਾੜ ਹੈ। ਤੁਸੀਂ ਗੁਰੂ ਗੋਦੀ ਦਾ ਨਿੱਘ ਮਾਣਦੇ ਹੋ ਰੋਜ਼ਾਨਾ, ਭਲੇ ਹੋ ਗੁਰੂ ਪਿਆਰਿਓ। ਦਾਸ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਲਈ ਵਿਦੇਸ਼ ਦੇ ਵਿੱਚੋਂ ਚੱਲ ਕਰਕੇ ਆਇਆ ਗੁਰਦੇਵ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਖੁੱਲੇ ਦਰਸ਼ਨ ਦੀਦਾਰ ਤੇ ਖੁਸ਼ੀਆਂ ਦੇ ਨਾਲ ਝੋਲੀਆਂ ਭਰ ਦਿੱਤੀਆਂ। ਉਹ ਬਿਆਨ ਨਹੀਂ ਕੀਤਾ ਜਾ ਸਕਦਾ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰਹਿਮਤ ਕੀਤੀ ਹੈ। ਮਹਾਰਾਜ ਜੀ ਕਹਿੰਦੇ ਨੇ, ਹਰ ਮੰਦਰ ਹਰ ਜੀਓ ਸਾਜਿਆ ਮੇਰੇ ਲਾਲ ਜੀਓ। ਉਹ ਪਰਮਾਤਮਾ ਨੇ ਇੱਕ ਇਨਸਾਨ ਜੀਵ ਦੀ ਰਚਨਾ ਕੀਤੀ ਹੈ। ਉਹ ਇੱਕ ਹਰਿ ਮੰਦਰ ਦੀ ਨਿਆਈ ਹੈ। ਹਰ ਤਿਸਮਹਿ ਰਹਿਆ ਸਮਾਏ ਰਾਮ। ਉਹ ਪਰਮੇਸ਼ਰ ਇਸ ਦੇ ਵਿੱਚ ਸਮਾਇਆ ਹੋਇਆ ਹੈ, ਸਰੀਰ ਦੇ ਵਿੱਚ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਆਪਾਂ ਵਚਨ ਪੜ੍ਹਦੇ ਹਾਂ, ਭੋਗ ਦੇ ਸ਼ਲੋਕ ਸੁਣੇ ਜਾਂਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਘਟ ਘਟ ਮੈਂ ਹਰ ਜੂ ਵਸੈ ਸੰਤਨ ਕਹਿਓ ਪੁਕਾਰ। ਮੈਂ ਇਹ ਵਚਨ ਆਪ ਜੀ ਦੇ ਸਨਮੁਖ ਰੱਖ ਰਹੇ ਹਾਂ, ਕਿਉਂਕਿ ਅੱਜ ਦਾ ਜੋ ਮਹਾਰਾਜ ਜੀ ਨੇ ਪਾਵਨ ਪਵਿੱਤਰ ਮੁੱਖ ਵਾਕ ਦੀ ਬਖਸ਼ਿਸ਼ ਕੀਤੀ ਹੈ, ਉਸ ਦੇ ਵਿੱਚ ਘਟ ਸ਼ਬਦ ਜਿਹੜਾ ਵਿਸ਼ੇਸ਼ ਕਰਕੇ ਆਇਆ ਹੈ। ਘਟ ਹੋਇਆ ਕਰਦਾ ਹਰ ਜਗ੍ਹਾ। ਘਟ ਕਹਿੰਦੇ ਨੇ ਘੜੇ ਨੂੰ, ਘਟ ਹੋਇਆ ਕਰਦੀ ਹੈ ਘੜੀ, ਸਮਾਂ।
ਘਟ ਹਾਥੀ ਦੇ ਕੰਨਾਂ ਦੇ ਉੱਪਰ ਇੱਕ ਡੂੰਘਾਈ ਟੋਆ ਪੈਂਦਾ, ਉਸ ਨੂੰ ਵੀ ਘਟ ਕਿਹਾ ਜਾਂਦਾ ਹੈ। ਇੱਥੇ ਘਟ ਹੈ ਹਰ ਜਗ੍ਹਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਵੀ ਇਹ ਹਰਿਮੰਦਰ ਰੂਪੀ ਸਰੀਰ ਸਾਜਿਆ ਹੈ ਨਾ, ਇੱਥੇ ਹਿਰਦੇ ਦੇ ਵਿੱਚ ਉਹ ਪ੍ਰਮਾਤਮਾ ਆਪ ਵਸ ਰਿਹਾ ਹੈ, ਉਹਦਾ ਵਾਸਾ ਹੈ। ਦੇਖੋ ਇਸ ਸੰਸਾਰ ਦੇ ਵਿੱਚ ਬਾਹਰੀ ਤੌਰ ਤੇ ਬੜੀ ਖੋਜ ਕੀਤੀ ਜਾਂਦੀ ਹੈ, ਬਾਹਰੀ ਖੋਜ ਕਰਦੇ ਨੇ ਉਸ ਨੂੰ ਵਿਗਿਆਨਕ ਕਿਹਾ ਜਾਂਦਾ ਹੈ। ਜਿਹੜਾ ਅੰਦਰੂਨੀ ਖੋਜ ਕਰਦਾ ਹੈ ਉਸ ਨੂੰ ਪਰਮਾਰਥ ਦੇ ਮਾਰਗ ਦਾ ਪਾਂਧੀ ਕਿਹਾ ਜਾਂਦਾ ਹੈ। ਅੰਦਰੂਨੀ ਖੋਜ ਤੇ ਬਾਹਰੀ ਖੋਜ ਦੇ ਵਿੱਚ ਫਰਕ ਹੈ। ਸਾਇੰਟਿਸਟ ਜ਼ਿਆਦਾ ਕਰਕੇ ਬਾਹਰੀ ਖੋਜ ਕਰਦੇ ਨੇ, ਉਹਨਾਂ ਨੂੰ ਆਪਣੇ ਅੰਦਰ ਦਾ, ਆਪਣੇ ਆਪੇ ਦਾ ਕੁਝ ਪਤਾ ਨਹੀਂ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਜਿਹੜੀ ਹੈ ਉਹ ਸਾਨੂੰ ਅੰਦਰ ਦੀ ਖੋਜ ਕਰਨ ਦੀ ਪ੍ਰੇਰਨਾ ਦਿੰਦੀ ਹੈ। ਵਸੀ ਰੱਬ ਹਿਆਲੀਏ ਬਾਹਰ ਕਿਆ ਟੁੰਡੇ, ਰੱਬ ਤਾਂ ਤੇਰੇ ਅੰਦਰ ਵਸਦਾ ਹੈ, ਕਿੱਥੋਂ ਲੱਭਦਾ ਫਿਰਦਾ ਹੈ ਬਾਹਰਲੇ ਪਾਸੇ? ਬਾਹਰ ਕਿੱਥੋਂ ਪ੍ਰਾਪਤ ਕਰੇਗਾ ਉਸ ਪਰਮੇਸ਼ਰ ਨੂੰ? ਦੇਖੋ ਬੜਾ ਪਵਿੱਤਰ ਸਥਾਨ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਹੱਥੀਂ ਇਹ ਸਥਾਨ ਤਿਆਰ ਕੀਤਾ ਹੈ। ਮੇਰੇ ਪਾਤਸ਼ਾਹ ਜੀ ਦੇ ਕੋਲ ਜਦੋਂ ਇਹ ਸਥਾਨ ਤਿਆਰ ਹੋ ਗਿਆ ਨਾ, ਸਿੱਖਾਂ ਨੇ ਮਹਾਰਾਜ ਜੀ ਨੂੰ ਕਿਹਾ, ਮਹਾਰਾਜ ਜਦੋਂ ਕੋਈ ਆਪਣਾ ਘਰ ਬਣਾਉਂਦਾ ਹੈ ਉਸ ਘਰ ਦਾ ਨਾਮ ਰੱਖਦਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਦਾ ਕੀ ਨਾਮ ਰੱਖ ਦਈਏ? ਤੁਹਾਡੇ ਨਾਮ ਤੇ ਉੱਪਰ ਇਸ ਨੂੰ ਪੁਕਾਰਿਆ ਜਾਵੇ। ਮਹਾਰਾਜ ਜੀ ਕਹਿਣ ਲੱਗੇ ਨਹੀਂ। ਫਿਰ ਕਹਿਣ ਲੱਗੇ ਸਤਿਗੁਰੂ ਸੱਚੇ ਪਾਤਸ਼ਾਹ ਕਈ ਵਾਰੀ ਇਹ ਵੀ ਹੁੰਦਾ ਹੈ ਵੀ ਆਪਣੇ ਨਾਮ ਤੇ ਨਹੀਂ, ਆਪਣੇ ਬਜ਼ੁਰਗਾਂ ਦੇ ਨਾਮ ਤੇ ਰੱਖਿਆ ਜਾਂਦਾ ਹੈ ਨਾਮ। ਕਈ ਪਿਆਰ ਕਰਦੇ ਨੇ ਆਪਣੇ ਬਜ਼ੁਰਗਾਂ ਨੂੰ ਤੇ ਵੱਡਿਆਂ ਦੇ ਨਾਮ ਤੇ ਰੱਖ ਲੈਂਦੇ ਨੇ ਘਰ ਦਾ ਨਾਮ। ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਮ ਤੇ ਰੱਖ ਦਈਏ? ਕਹਿੰਦੇ ਨਹੀਂ। ਫਿਰ ਮਹਾਰਾਜ ਜੀ ਨੂੰ ਕਹਿਣ ਲੱਗੇ ਸਤਿਗੁਰੂ ਸੱਚੇ ਪਾਤਸ਼ਾਹ ਇਸ ਸਥਾਨ ਨੂੰ ਲੋਕ ਪੁਕਾਰਨਗੇ ਕੀ ਕਹਿਣਗੇ, ਇਸ ਦਾ ਨਾਮ ਕੀ ਹੋਵੇਗਾ? ਮਹਾਰਾਜ ਜੀ ਕਹਿੰਦੇ ਇਹ ਉਸ ਪਰਮੇਸ਼ਰ ਦਾ ਘਰ ਹੈ, ਇਸ ਦਾ ਨਾਮ ਹਰਿਮੰਦਰ ਹੋਵੇਗਾ। ਇੱਕ ਹਰਿਮੰਦਰ ਦੇ ਦਰਸ਼ਨ ਕਰਦੇ ਹਾਂ ਨੇਤਰਾਂ ਦੇ ਨਾਲ, ਤੇ ਇੱਕ ਹਰਿਮੰਦਰ ਸਾਡੇ ਅੰਦਰ ਵਸ ਰਿਹਾ ਹੈ। ਉਸ ਦੇ ਦਰਸ਼ਨ ਕਰਦੇ ਹਾਂ ਅਸੀਂ ਹਿਰਦੇ ਦੇ ਵਿੱਚ ਉਸ ਹਰਿਮੰਦਰ ਨੂੰ ਵਸਾਉਣਾ ਹੈ, ਉਸ ਪ੍ਰਮਾਤਮਾ ਨੂੰ। ਉਹ ਪ੍ਰਮਾਤਮਾ ਦਾ ਘਰ ਹੈ। ਤੇ ਬੜੀ ਬਖਸ਼ਿਸ਼ ਕੀਤੀ, ਰਹਿਮਤ ਕੀਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ। ਸਾਹਮਣੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਅਕਾਲ ਤਖ਼ਤ ਸਾਹਿਬ ਦੀ ਰਚਨਾ ਕਰ ਦਿੱਤੀ। ਰਹਿਮਤ ਹੋਈ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ। ਇੱਕ ਪਾਸੇ ਧਰਮ ਹੈ ਤੇ ਇੱਕ ਪਾਸੇ ਸਿਆਸਤ ਹੈ, ਰਾਜਨੀਤੀ ਹੈ। ਪਰ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਧਰਮ ਨੂੰ ਪਹਿਲ ਦਿੱਤੀ ਹੈ, ਪ੍ਰੋੜਤਾ ਦਿੱਤੀ ਹੈ। ਹਰਗੋਬਿੰਦ ਮਹਾਰਾਜ ਜੀ ਨੇ ਵੀ ਬੜੀ ਬਖਸ਼ਿਸ਼ ਕੀਤੀ ਹੈ। ਮੈਨੂੰ ਯਾਦ ਆਇਆ ਇੱਕ ਕਵੀ ਹੋਏ ਨੇ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਸੁਪੁੱਤਰੀ ਬੀਬੀ ਵੀਰੋ ਜੀ ਦੇ ਪਤੀ ਦੇਵ ਭਾਈ ਸਾਧੂ ਜੀ। ਉਹਨਾਂ ਨੇ ਗੁਰੂ ਹਰਗੋਬਿੰਦ ਮਹਾਰਾਜ ਜੀ ਦੀ ਵਡਿਆਈ ਦੇ ਵਿੱਚ ਕੁਝ ਪੰਕਤੀਆਂ ਲਿਖੀਆਂ। ਗੁਰੂ ਕੇ ਸਿੱਖੋ ਸਾਡੀ ਦਸਤਾਰ ਨੂੰ ਸੰਬੋਧਨ ਕਰਦੀਆਂ ਨੇ। ਬੜੀ ਵਡਿਆਈ ਕੀਤੀ ਹੈ। ਜਿੱਥੇ ਆਪਾਂ ਪੜ੍ਹਦੇ ਹਾਂ ਨਾ, ਨੱਥੇ ਅਬਦੁੱਲੇ ਦੀ ਵਾਰ ਪੱਗ ਤੇਰੀ ਕੀ ਜਹਾਂਗੀਰ ਦੀ, ਉੱਥੇ ਭਾਈ ਸਾਧਾ ਜੀ ਨੇ ਗੁਰੂ ਹਰਗੋਬਿੰਦ ਮਹਾਰਾਜ ਜੀ ਨੂੰ ਵਡਿਆਈ ਕਰਦਿਆਂ ਹੋਇਆ ਕਿਹਾ, ਕਹਿਣ ਲੱਗੇ ਮੈਂ ਬਲਿਹਾਰ ਗੁਰੂ ਤੇਰੀ ਪਗੜੀ ਤੋਂ, ਤੇਰੀ ਪਗੜੀ ਹਰ ਲਿਵ ਲਗੜੀ ਤੋਂ। ਤੇਰੀ ਲਿਵ ਉਸ ਪਰਮੇਸ਼ਰ ਦੇ ਨਾਲ ਲੱਗੀ ਹੋਈ ਹੈ। ਮੈਂ ਬਲਿਹਾਰ ਗੁਰੂ ਤੇਰੀ ਪਗੜੀ ਤੋਂ, ਤੇਰੀ ਪਗੜੀ ਹਰ ਲਿਵ ਲਗੜੀ ਤੋਂ। ਮੈਂ ਬਲਿਹਾਰ ਗੁਰੂ ਤੇਰੇ ਕੇਸਾਂ ਤੋਂ, ਤੇਰੇ ਕੇਸਾਂ ਸੱਚ ਉਪਦੇਸ਼ਾਂ ਤੋਂ। ਮੈਂ ਬਲਿਹਾਰ ਗੁਰੂ ਤੇਰੇ ਮੱਥੇ ਤੋਂ, ਤੇਰੇ ਮੱਥੇ ਹਰ ਰੰਗ ਰੱਤੇ ਤੋਂ। ਤੇਰੀਆਂ ਮੁੱਛਾਂ ਸੁੰਦਰ ਸੋਹਣੀਆਂ, ਤੇਰੀਆਂ ਸੰਗਤਾਂ ਦਾ ਮਨ ਮੋਹਣੀਆਂ। ਮੈਂ ਬਲਿਹਾਰ ਗੁਰੂ ਤੇਰੇ ਮੁਖੜੇ ਤੋਂ, ਤੇਰੇ ਮੁਖੜੇ ਹਰ ਰੰਗ ਸੁਖੜੇ ਤੋਂ। ਮੈਂ ਬਲਿਹਾਰ ਗੁਰੂ ਤੇਰੀ ਦਾੜੀ ਤੋਂ, ਤੇਰੀ ਦਾੜੀ ਰਾਮ ਸਵਾਰੀ ਤੋਂ। ਬਲਿਹਾਰ ਗੁਰੂ, ਬਲਿਹਾਰ ਗੁਰੂ, ਬਲਿਹਾਰ ਗੁਰੂ, ਬਲਿਹਾਰ ਗੁਰੂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਕਰਦਿਆਂ ਹੋਇਆਂ ਉਸ ਨਿਰੰਕਾਰ ਦੇ ਨਾਲ ਜੋੜਨ ਦਾ ਯਤਨ ਕੀਤਾ ਹੈ। ਜਿੱਥੇ ਆਖਿਆ ਵੀ ਮੈਂ ਬਲਿਹਾਰ ਗੁਰੂ ਤੇਰੀ ਪਗੜੀ ਤੋਂ, ਤੇ ਨਾਲ ਕਿਹਾ ਤੇਰੀ ਪਗੜੀ ਹਰ ਲਿਵ ਲਗੜੀ ਤੋਂ। ਤੇਰੀ ਲਿਵ ਉਸ ਪਰਮੇਸ਼ਰ ਦੇ ਨਾਲ ਲੱਗੀ ਹੋਈ ਹੈ। ਤੂੰ ਕਿੱਥੇ ਜਾਣਦਾ ਹੈ ਪਰਮੇਸ਼ਰ ਨੂੰ? ਤੇਰੇ ਅੰਗ ਅੰਗ ਦੇ ਵਿੱਚ ਪਰਮੇਸ਼ਰ ਵਸ ਰਿਹਾ ਹੈ।
जिधर भी ध्यान मारे। मैं अक्सर क्या करदा गुरु प्यारिओ, गुरु के सिख का जीवन ही प्रचार होना चाहिए है। प्रचारक बनना बड़ी वड्डी गल है, पर जे कोई तरस करे, जे कोई देखे तो उत्थे यह आखे भी ये कौन सिख है, कौन है, किहड़े गुरु का ये सिख है, तो इन्हें सिक्ख्या इन्नी वधिया क्यों प्राप्त की है। सच जाणिओ, मैं अज ही इत्थों सेवा करके विदेश की यात्रा लई चाले पा देने ने, तो कुछ दिन पहलों आया सी ते उत्थे एयरपोर्ट के उपर एक अंग्रेज ने मैनू देखिया। मैं अपने वचन आप तुहाडे सामने रख रहा। मैनू अंग्रेज ने देखिया, ये गुरु की वडियाई है, तो दूरों ही इशारे करता आ रहा है। लागे आन करके कहन लगा, मेरे कान दे कोल हो गया, कहंदा योर बियर्ड इज़ वैरी ब्यूटीफुल। मैनू गुरु याद आया, गुरदेव पातशाह ज वडियाई की है, तेरी वडियाई हुई है। मैं कहा थैंक यू। वो कहंदा फिर योर बियर्ड इज़ वेरी ब्यूटीफुल। मैं कहा जी थैंक यू। वो कहंदा योर बियर्ड इज़ वेरी ब्यूटीफुल। मैं कहा थैंक यू। मैं कहा अज ये वडियाई गुरु के कारण मिल रही है सानू। गुरु के सिखा, तेरा जीवन एक प्रचार होवे, तेरे हिरदे दे विचों परमेश्वर वसिया होवे। वो परमेश्वर तां वस सकता है जे तू अंदर दी खोज करेगा। याद रखी, अंदर दी खोज दे विचों ही सब कुछ लभना है। बाहर दी खोज दे विचों तां साइंटिस्ट बहुत कुछ लभ बैठे ने। बाहर दी खोज करते हैं लोग, इत्थे तक कि लोगों ने जो पत्थरों के विचों बाहर की खोज करनी चाहिए, हीरे मोती तो लभ ले, रब नहीं मिलिया। जिन्हां इंसानां ने सोने चांदी की खोज करनी चाहिए, उन्होंने असली सोना तो लभ लिया, पर असली जिहड़ा वो परमेश्वर है वो उन्होंने नहीं मिल सकिया। जिन्हां ने परमेश्वर लभ्या है वो कहंदे ने, राम गुसाइयां जी के जीवना, मोहे ना विसारो मैं जन तेरा। अरदास करते हैं, वचन करया करो, सतगुरु सच्चे पातशाह मैनू भुलायो ना, मैं तेरा सेवक हाँ। सो आओ, सतगुरु सच्चे पातशाह जी ने जो अज वचन कीते ने, तेरे हिरदे विच किस तरीके दे नालों परमेश्वर वस रहा है ना, कित्थे उहदा वासा है, वो मुख वाक दे विच महाराज जी ने बख्शिश की है। मंच ते बिरतियां एकागर करके एक बारी उचारण करो जी, सतनाम श्री वाहिगुरु साहिब जी। सतनाम श्री वाहिगुरु साहिब जी। सोरठ महला पंजवा, घर दूजा दो पदे। सोरठ रागणी दे अंदर मेरे पंजवें पातशाह शहीदां दे सरताज सतगुरु अर्जन देव महाराज जी, जिन्हां दा जदों जीवन तकीदा है ना, हैरान हो जाइदा है। ध्यान मार करके देखना, गुरु अर्जन देव महाराज जी दे 11 साल गुरु गोदी विच बतीत हुए ने। 11 साल। गुरु नानक पातशाह जी महाराज धुर तो गुरु सन। गुरु अंगद देव महाराज जी नूं सतगुरु सच्चे पातशाह जी ने गुरता गुरगद्दी की बख्शिश की। जदों गुरु नानक महाराज जी दे कोल आए सन ते मन्निया जाता है, इतिहासकारां दा मनना भी 17 साल की उन्हां दी उम्र सी। गुरु अमरदास पातशाह जी महाराज जदों गुरु अंगद देव महाराज जी की शरण दे विच आए तो 64 साल की 62 साल की उन्हां दी उम्र सी। ते गुरु रामदास महाराज जी जदों गुरु अमरदास महाराज जी की शरण दे विच आए, महाराज जी की सेवा दे विच आए, तो उस समय उन्होंने 11 साल की आयु सी। ते इधर गुरु अर्जन देव महाराज जी की 11 साल की उम्र बचपन तो लै करके प्रकाशवान होने तो बाद 11 साल गुरु अमरदास महाराज जी की गोदी विच बतीत हुए ने। 11 साल। और इहो जी सिक्ख्या प्राप्त की गुरु अमरदास महाराज जी ने आप सतगुरु गुरु नानक महाराज जी की चलाई हुई लिपि, गुरु अंगद देव महाराज जी की प्रचार की हुई गुरमुखी बोली, पंजाबी बोली, उसनूं सतगुरु सच्चे पातशाह गुरु अमरदास महाराज जी ने आप गुरु अर्जन देव महाराज जी नूं सिक्ख्या दी पंजाबी या गुरमुखी के अखरां की। इत्थे ही बस नहीं, नगर के रहन वाले ही एक पंडित के कोलों देवनागरी ब्रिज भाषा सिखाई। बाबा बुढ़ा जी ने कई सिक्ख्यावां गुरु अर्जन देव महाराज जी नूं घोड़सवारी की, तीर अंदाजी की,
ਸ਼ਸਤਰ ਵਸਤਰ ਚਲਾਉਣ ਦੀ ਉਹ ਸਾਰੀ ਸਿੱਖਿਆ ਦਿੱਤੀ। ਬਾਬਾ ਮੋਹਰੀ ਜੀ ਦੇ ਕੋਲੋਂ ਹਿਸਾਬ ਕਿਤਾਬ ਦੀ ਸਿੱਖਿਆ ਲਈ, ਬਾਬਾ ਮੋਹਨ ਜੀ ਦੇ ਕੋਲੋਂ ਧਿਆਨ ਲਾਉਣ ਦੀ ਸਿੱਖਿਆ ਲਈ। ਐਡੀ ਕਰਨੀ ਦੇ ਮਾਲਕ ਮੇਰੇ ਗੁਰੂ ਅਰਜਨ ਦੇਵ ਮਹਾਰਾਜ ਜੀ, ਐਵੇਂ ਨਹੀਂ ਤੱਤੀ ਤਵੀ ਤੇ ਬੈਠ ਹੁੰਦਾ ਗੁਰੂ ਪਿਆਰਿਓ। ਬੜੀਆਂ ਬਖਸ਼ਿਸ਼ਾਂ ਸਨ। ਇਹੋ ਜਿਹਾ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਸੋਰਠ ਰਾਗਣੀ ਦੇ ਅੰਦਰ ਪਾਵਨ ਵਚਨ ਕਰਦੇ ਨੇ ਤੇ ਘਰ ਉਚਾਰਨ ਕੀਤਾ ਸਤਿਗੁਰੂ ਮਹਾਰਾਜ ਜੀ ਨੇ ਦੂਸਰਾ, ਵੀ ਇਹ ਸ਼ਬਦ ਜਿਹੜਾ ਹੈ ਨਾ, ਜਿਹੜੇ ਆਉਣ ਵਾਲੇ ਦੌਪਦੇ ਨੇ, ਦੋ ਦੋ ਪਦਿਆਂ ਵਾਲੇ ਸ਼ਬਦ ਨੇ, ਇਹ ਸਾਰੇ ਹੀ ਸੁਰ ਤਾਲ ਦੇ ਦੂਸਰੇ ਘਰ ਦੇ ਵਿੱਚ ਗਾਏ ਜਾਵਣ। ਬੇਸ਼ੱਕ ਸਾਨੂੰ ਇੰਨਾ ਗਿਆਨ ਨਹੀਂ ਹੋਇਆ ਕਰਦਾ, ਇਹ ਰਾਗੀ ਸਿੰਘਾਂ ਨੂੰ ਗਿਆਨ ਹੁੰਦਾ ਹੈ, ਆਪਾਂ ਸੰਗਤ ਨੂੰ ਗਿਆਨ ਨਹੀਂ। ਇਹ ਪ੍ਰੇਰਨਾ ਹੈ ਰਾਗੀ ਸਿੰਘਾਂ ਦੇ ਲਈ ਵੀ, ਭਾਈ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਉਸੇ ਤਰ੍ਹਾਂ ਆਪਾਂ ਉਹ ਗਾਇਨ ਕਰੀਏ। ਮਹਾਰਾਜ ਜੀ ਇਸ ਰਾਗ ਦੇ ਵਿੱਚ ਸੋਰਠ ਰਾਗਣੀ ਦੇ ਅੰਦਰ ਪਾਵਨ ਪਵਿੱਤਰ ਬਚਨ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਥੋਂ ਦੋ ਪਦਿਆਂ ਵਾਲੇ ਸ਼ਬਦ ਸ਼ੁਰੂ ਹੁੰਦੇ ਨੇ ਤੇ ਜਿੱਥੋਂ ਕੋਈ ਵਿਸ਼ਾ ਬਦਲੀ ਹੋਇਆ ਕਰਦਾ ਹੈ ਨਾ, ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਮੰਗਲ ਕਰਦੇ ਨੇ। ਦੋ ਪਦੇ ਸ਼ੁਰੂ ਹੋ ਰਹੇ ਨੇ ਨਾ। ਇੱਕ ਓੰਕਾਰ। ਆਮ ਕਰਕੇ ਗੁਰੂ ਪਿਆਰਿਓ ਸੰਗਤ ਦੇ ਵਿੱਚ ਬੜਾ ਵਿਚਰਨ ਦਾ ਮੌਕਾ ਮਿਲਦਾ ਹੈ ਤੇ ਸਿੱਧੇ ਹੀ ਆਪਾਂ ਜਦੋਂ ਤੱਕ ਸੰਥਿਆ ਨਹੀਂ ਲਈ ਹੁੰਦੀ ਤੇ ਉਦੋਂ ਤੱਕ ਕਹਿ ਦਿੰਦੇ ਨੇ ਏਕ ਓੰਕਾਰ। ਇਹਨੂੰ ਆਪਾਂ ਤਿੰਨ ਭਾਗਾਂ ਦੇ ਵਿੱਚ ਵੰਡ ਕਰਕੇ ਉਚਾਰਨ ਕਰਦੇ ਨੇ। ਇੱਕ ਓੰ ਤੇ ਕਾਰ। ਧਿਆਨ ਦੇਣਾ, ਸਾਹਮਣੇ ਲਿਖਿਆ ਹੋਵੇ ਤੇ ਆਪਾਂ ਨੂੰ ਬੜੀ ਵਿਸ਼ੇਸ਼ਤਾ ਦੇ ਨਾਲ, ਬੜੀ ਛੇਤੀ ਦੇ ਨਾਲ ਪਤਾ ਲੱਗ ਜਾਂਦਾ। ਏਕਾ ਲਾਇਆ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹਿਸਾਬ ਦਾ, ਮੈਥੇਮੈਟਿਕਸ ਦਾ, ਤੇ ਊੜਾ ਲਾਇਆ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰਮੁਖੀ ਵਰਣਮਾਲਾ ਦਾ, ਤੇ ਉੱਪਰ ਲਾਈ ਹੈ ਕਾਰ, ਦੇ ਕੇ ਚੌਂਕਾ ਕੱਢੀ ਕਾਰ। ਤਿੰਨਾਂ ਦਾ ਮੇਲ ਬਣ ਗਿਆ, ਸੁਮੇਲ ਹੋਇਆ ਇੱਕ ਓੰਕਾਰ। ਵੀ ਪਰਮਾਤਮਾ ਇੱਕ ਹੈ, ਅਦਵੈਤ ਹੈ, ਉਹਦੇ ਵਰਗਾ ਹੋਰ ਕੋਈ ਨਹੀਂ। ਹੁਣ ਏਕੇ ਦੇ ਅੱਗੇ ਅਸੀਂ ਸਿਫਰ ਲਾ ਦੇਵਾਂਗੇ ਤਾਂ ਏਕੇ ਦੀ ਜਿਹੜੀ ਕੀਮਤ ਹੈ ਓਨੀ ਰਹੇਗੀ, ਪਰ ਸਿਫਰ ਦੀ ਕੋਈ ਕੀਮਤ ਨਹੀਂ ਪਵੇਗੀ। ਜੇ ਏਕੇ ਦੇ ਪਿੱਛੇ ਸਿਫਰ ਲਾ ਦਈਏ ਤੇ ਉਹਦੀ ਕੀਮਤ ਏਕੇ ਦੇ ਨਾਲ ਹੋਰ ਵੱਧ ਜਾਵੇਗੀ, 10 ਗੁਣਾ ਹੋ ਜਾਵੇਗੀ। ਦੋ ਸਿਫਰਾਂ ਲਾ ਦਈਏ 100 ਗੁਣਾ ਹੋ ਜਾਵੇਗੀ। ਤੇ ਇੰਜ ਮਹਿਸੂਸ ਕਰੀਏ ਵੀ ਪਰਮਾਤਮਾ ਇੱਕ ਹੈ, ਅਸੀਂ ਉਹਦੀਆਂ ਸਿਫਰਾਂ ਹਾਂ। ਜੇ ਤਾਂ ਉਹਦੇ ਪਿੱਛੇ ਲੱਗਦੇ ਹਾਂ ਤੇ ਸਾਡੀ ਵੀ ਕੀਮਤ ਵੱਧ ਜਾਂਦੀ ਹੈ, ਨਹੀਂ ਤਾਂ ਸਾਡੀ ਕੀਮਤ ਕੋਈ ਨਹੀਂ। ਅਸੀਂ ਅੱਗੇ ਤੁਰਨ ਦਾ ਯਤਨ ਕਰੀਏ ਨਾ, ਸਾਡੀ ਕੀਮਤ ਕੋਈ ਨਹੀਂ, ਪਛਾਣੇਗਾ ਹੀ ਨਹੀਂ ਇਸ ਸੰਸਾਰ ਦੇ ਵਿੱਚ। ਊੜਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਏਕਾ ਜਿਵੇਂ ਹਿਸਾਬ ਦੇ ਵਿੱਚੋਂ ਪਹਿਲਾ ਅੱਖਰ ਲਿਆ ਹੈ, ਤੇ ਇਸੇ ਪ੍ਰਕਾਰ ਊੜਾ ਜਿਹੜਾ ਹੈ ਉਹ ਵੀ ਪਹਿਲਾ ਅੱਖਰ ਹੈ ਗੁਰਮੁਖੀ ਲਿਪੀ ਦਾ। ਫਿਰ ਕਾਰ। ਜਦੋਂ ਕੋਈ ਤਸੱਬਰ ਜਿਹੜਾ ਤਸਵੀਰ ਬਣਾਉਂਦਾ ਹੈ ਨਾ, ਤਸਵੀਰ ਬਣਾਉਣ ਲੱਗਿਆ ਪਹਿਲੀ ਉਹ ਲਾਈਨ ਖਿੱਚਿਆ ਕਰਦਾ ਹੈ। ਪਹਿਲੋਂ ਤਸਵੀਰ ਨਹੀਂ ਬਣ ਜਾਂਦੀ, ਪਹਿਲੋਂ ਇੱਕ ਲਾਈਨ ਖਿੱਚਦਾ ਹੈ। ਸਾਰਾ ਕੁਝ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਰੰਭਤਾ ਦਾ ਲਿਆ ਹੋਇਆ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਕਹਿੰਦੇ ਅਜਿਹੇ ਪਰਮੇਸ਼ਰ ਦੀ ਜੋ ਸਾਰਿਆਂ ਦੇ ਹਿਰਦੇ ਦਾ ਪ੍ਰਕਾਸ਼ਵਾਨ ਹੈ, ਸਾਰਿਆਂ ਦੇ ਹਿਰਦੇ ਵਿੱਚ ਗਿਆਨ ਦੀ ਬਖਸ਼ਿਸ਼ ਕਰਨ ਵਾਲਾ। ਮਤ ਭੁੱਲਿਓ ਵੀ ਮੇਰੇ ਕੋਲ ਕੁਝ ਨਹੀਂ, ਤੁਹਾਡੇ ਕੋਲ ਕੁਝ ਨਹੀਂ, ਸਾਰਿਆਂ ਦੇ ਕੋਲ ਉਹ ਪ੍ਰਮਾਤਮਾ ਦਾ ਨਾਮ ਹਿਰਦੇ ਵਿੱਚ ਵਸ ਰਿਹਾ ਹੈ, ਸਿਰਫ ਪ੍ਰਗਟ ਕਰਨਾ ਹੈ। ਅੰਮ੍ਰਿਤ ਦੇ ਵਿੱਚ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਾਵਨ ਬਾਣੀ ਜਲ ਮੰਗਾਇਆ ਸਤਲੁਜ ਦੇ ਦਰਿਆ ਦੇ ਵਿੱਚੋਂ, ਪਤਾਸੇ ਪਾਏ ਨੇ। ਜਲ ਤੇ ਪਤਾਸੇ ਪਾਉਣ ਦੇ ਆਪਾਂ ਵੀ ਪਾ ਸਕਦੇ ਹਾਂ, ਪਾਉਣ ਦੇ ਨਾਲ ਕੋਈ ਫਾਇਦਾ ਨਹੀਂ, ਕੋਈ ਲਾਭ ਨਹੀਂ, ਮਿੱਠਾ ਵੱਧ ਜਾਵੇਗਾ। ਪਰ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਣੀ ਪੜ੍ਹੀ ਨਾ, ਉਹ ਅੰਮ੍ਰਿਤ ਬਣ ਗਿਆ, ਆਬੇ ਹਯਾਤ ਬਣ ਗਿਆ। ਉਹਦੇ ਨਾਲ ਮੌਤ ਨੇੜੇ ਭਟਕਦੀ ਨਹੀਂ। ਅੰਮ੍ਰਿਤ ਸਰੋਵਰ ਦੇ ਵਿੱਚੋਂ ਇਸ਼ਨਾਨ ਕਰਕੇ ਜਲ ਛਕੋ, ਅਨੇਕਾਂ ਬਿਮਾਰੀਆਂ ਦੂਰ ਹੋ ਜਾਂਦੀਆਂ ਨੇ। ਤਰਕਵਾਜ ਬੜਾ ਕੁਝ ਕਹਿੰਦੇ ਨੇ, ਪਰ ਸੱਚ ਜਾਣਿਓ, ਭਾਵਨਾ ਰੱਖ ਕਰਕੇ ਦੇਖਿਓ। ਭਾਵਨਾ ਦੇ ਵਿੱਚ, ਭਾਵਨਾ ਵਿਹੀਨ, ਭਾਵਨਾ ਤੋਂ ਵਿਹੀਣਾ ਇਨਸਾਨ ਕਿਸੇ ਕੰਮ ਦਾ ਨਹੀਂ। ਭਾਵਨਾ ਦੇ ਵਿੱਚ ਹੈ ਸਭ ਕੁਝ। ਤੇ ਜੇ ਹੁਣ ਸਾਡੇ ਅੰਦਰ ਹਿਰਦੇ ਵਿੱਚ ਪਰਮੇਸ਼ਰ ਦੇ ਨਾਲ ਭਾਵਨਾ, ਸ਼ਰਧਾ ਹੀ ਨਹੀਂ, ਤੇ ਪ੍ਰਾਪਤੀ ਕੀ ਕਰ ਲਵਾਂਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਉਹ ਸਾਰਿਆਂ ਦਾ ਪ੍ਰਕਾਸ਼ਕ ਹੈ।
ਔਰ ਇਹੋ ਜਿਹੇ ਅਕਾਲ ਪੁਰਖ ਪ੍ਰਮਾਤਮਾ ਦੀ ਪ੍ਰਾਪਤੀ ਕਿਵੇਂ ਹੁੰਦੀ? ਮਹਾਰਾਜ ਜੀ ਕਹਿੰਦੇ ਸਤ ਸੱਚਾ ਗੁਰੂ ਹੋਵੇ, ਸਤ ਗੁਰ ਸੱਚਾ ਗੁਰੂ ਹੋਵੇ। ਤੇ ਸੱਚਾ ਗੁਰੂ ਪ੍ਰਾਪਤ ਕਰਨ ਦੇ ਲਈ ਨਾ, ਸੱਚੇ ਗੁਰੂ ਦੇ ਚਰਨਾਂ ਦੇ ਨਾਲ ਜੁੜਨ ਦੇ ਲਈ ਪਹਿਲਾਂ ਤਾਂ ਆਪਣਾ ਜੀਵਨ ਸੱਚਾ ਬਣਾਉਣਾ ਪਵੇਗਾ। ਮਹਾਰਾਜ ਜੀ ਕਹਿੰਦੇ ਤੂੰ ਸੱਚਾ ਹੋ ਸਕਦਾ ਹੈ ਜੇ ਉਸ ਪਰਮੇਸ਼ਰ ਦੇ ਨਾਲ ਜੁੜ ਜਾਵੇਂ। ਸੱਚ ਸੱਚਾ ਸਜਾ ਧਿਆਈ ਹੈ, ਉਸ ਨੂੰ ਧਿਆਉਣਾ ਕਰ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਵੀ ਸੱਚ। ਬਾਣੀ ਦੀ ਆਰੰਭਤਾ ਸੱਤ ਤੋਂ ਹੈ ਗੁਰੂ ਪਿਆਰਿਆ। ਝੂਠ ਬੋਲਣੇ ਤਿਆਗ ਦੇ, ਕਦੀ ਗੁਰੂ ਚਰਨਾਂ ਦੇ ਵਿੱਚ ਆਓ, ਕੁਝ ਨਾ ਕੁਝ ਤਿਆਗਣਾ ਚਾਹੀਦਾ। ਮਹਾਰਾਜ ਜੀ ਕਹਿੰਦੇ ਐਸੇ ਸੱਚੇ ਗੁਰੂ ਦੀ ਪ੍ਰਸਾਦ ਕਹਿੰਦੇ ਨੇ ਕਿਰਪਾ ਨੂੰ। ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੇ ਗਰੀਬ ਕਰੋੜ ਪਰੇ। ਇਹ ਪ੍ਰਸਾਦ ਦਇਆ ਉਹ ਸਤਿਗੁਰੂ ਕਰ ਦੇਵੇ ਦਇਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹਿਮਤ ਕਰ ਦੇਣ ਤੇ ਉਸ ਪਰਮੇਸ਼ਰ ਦੀ ਪ੍ਰਾਪਤੀ ਹੋ ਸਕਦੀ ਹੈ ਜੀ। ਸਗਲ ਬਨਸਪਤ ਮਹਿ ਬੈ ਸੰਤਰ, ਸਗਲ ਦੂਧ ਮਹਿ ਕੀਆ। ਗੁਰੂ ਪਿਆਰਿਓ, ਦਰਖਤ ਆਪਾਂ ਦੇਖਦੇ ਹਾਂ, ਫੁੱਲ ਬੂਟੇ ਆਪਾਂ ਦੇਖਦੇ ਹਾਂ, ਪਾਣੀ ਤੋਂ ਬਿਨਾਂ ਇਹਨਾਂ ਦਾ ਜੀਵਨ ਨਹੀਂ। ਪਰ ਸੱਚ ਜਾਣਿਓ, ਜੇ ਪਾਣੀ ਵੀ ਜ਼ਿਆਦਾ ਪਾ ਦਿੱਤਾ ਜਾਵੇ ਤੇ ਇੱਕ ਵਾਰੀ ਬੂਟਾ ਗਲ ਜਾਂਦਾ ਹੈ, ਫਸਲ ਵੀ ਗਲ ਜਾਂਦੀ ਹੈ। ਅੱਗ ਤੋਂ ਬਗੈਰ ਵੀ ਇਹਦਾ ਜੀਵਨ ਨਹੀਂ। ਬੇਸ਼ੱਕ ਅੱਗ ਇਹਨੂੰ ਨਾਸ਼ ਕਰਦੀ ਹੈ, ਅੱਗ ਤੋਂ ਬਗੈਰ ਜੀਵਨ ਨਹੀਂ। ਸਾਰੀ ਬਨਸਪਤੀ ਦੇ ਅੰਦਰ ਵੈਸੰਤਰ, ਵੈਸੰਤਰ ਕਹਿੰਦੇ ਨੇ ਅੱਗ ਨੂੰ, ਅੱਗ ਵਸਦੀ ਹੈ। ਇੱਕ ਫਿਲਾਸਫੀ ਹੈ, ਧਰਤੀ ਦਾ ਸੁਮੇਲ ਹੈ ਤੇ ਅੰਦਰ ਪਾਣੀ ਤੇ ਅੱਗ ਵੀ ਉਨੇ ਬਰਾਬਰ ਨੇ। ਜੇ ਅੱਗ ਜ਼ਿਆਦੀ ਹੋ ਗਈ ਸੜ ਜਾਵੇਗਾ, ਜੇ ਅੱਗ ਨਾ ਹੋਵੇ ਤੇ ਫਿਰ ਗਲ ਜਾਵੇਗਾ। ਦੋਨੇ ਬਰਾਬਰ ਚੀਜ਼ਾਂ ਚੱਲਦੀਆਂ ਨੇ। ਮਹਾਰਾਜ ਜੀ ਕਹਿੰਦੇ ਸਗਲ ਬਨਸਪਤ ਮੈਂ ਬਹਿ ਸੰਤਰ, ਅੱਗ ਸਾਰੀ ਬਨਸਪਤੀ ਦੇ ਵਿੱਚ ਹੈ। ਜਿਵੇਂ ਪਤਾ ਨਹੀਂ ਲੱਗਦਾ ਸਾਨੂੰ ਅੱਗ ਹੈ, ਪਤਾ ਤਾਂ ਉਦੋਂ ਹੀ ਲੱਗੇਗਾ ਜਦੋਂ ਅਸੀਂ ਤੀਲੀ ਲਾਉਨੇ ਹਾਂ। ਸਗਲ ਦੂਧ ਮੈਂ ਕੀਆ। ਕਈ ਵਾਰੀ ਸਵਾਲ ਕਰ ਦਿੰਦੇ ਨੇ ਜੀ ਨਾਮ ਕਿੱਥੇ ਆ, ਪਰਮਾਤਮਾ ਕਿੱਥੇ, ਕਿਸੇ ਨੇ ਦੇਖਿਆ? ਤੇ ਉੱਥੇ ਸੰਤ ਜਨ ਜਿਹੜੇ ਨੇ ਨਾ ਫਿਰ ਜਵਾਬ ਦਿੰਦੇ ਨੇ ਗੁਰੂ ਕੀ ਬਾਣੀ ਅਨੁਸਾਰ, ਕਹਿੰਦੇ ਕਦੀ ਦੁੱਧ ਦੇ ਵਿੱਚ ਘਿਓ ਦੇਖਿਆ? ਨਹੀਂ ਦੇਖਿਆ। ਹੁਣ ਦੁੱਧ ਨੂੰ ਜਾਗ ਲਗਾਉਣਾ ਪਵੇਗਾ, ਮਿਹਨਤ ਤਾਂ ਕਰਨੀ ਪਵੇਗੀ ਨਾ। ਦੁੱਧ ਨੂੰ ਜਾਗ ਲਗਾਉਣਾ ਪਵੇਗਾ, ਦਹੀਂ ਜੰਮੇਗਾ, ਦਹੀਂ ਨੂੰ ਰਿੜਕਣਾ ਪਵੇਗਾ। ਹੁਣ ਤਾਂ ਮਸ਼ੀਨਾਂ ਚੱਲ ਪਈਆਂ ਨੇ, ਪਿਛਲੀਆਂ ਮਾਈਆਂ ਵਿਚਾਰੀਆਂ ਥੱਕ ਜਾਂਦੀਆਂ ਸਨ ਮਧਾਣੀਆਂ ਨੂੰ ਗੇੜਦੀਆਂ ਗੇੜਦੀਆਂ, ਤੇ ਦੁੱਧ ਦੇ ਵਿੱਚੋਂ ਮੱਖਣ ਵੀ ਬੜਾ ਵਧੀਆ ਨਿਕਲਦਾ ਸੀ। ਫਿਰ ਪਤਾ ਲੱਗਦਾ ਸੀ ਮੱਖਣ ਨਿਕਲ ਆਇਆ, ਹੁਣ ਇਸ ਨੂੰ ਗਰਮ ਕਰਾਂਗੇ ਤੇ ਇਹਦਾ ਘਿਓ ਬਣ ਜਾਵੇਗਾ। ਮਹਾਰਾਜ ਜੀ ਕਹਿੰਦੇ ਸਾਰੇ ਦੁੱਧ ਦੇ ਵਿੱਚ ਘਿਓ ਹੋਇਆ ਕਰਦਾ, ਭੁਲੇਖਾ ਨਾ ਰਹੇ ਤੇਰਾ ਗੁਰੂ ਕੇ ਸਿੱਖਾ। ਸਾਰੀ ਲੱਕੜ ਦੇ ਵਿੱਚ ਅੱਗ ਹੈ, ਸਾਰੇ ਦੁੱਧ ਦੇ ਵਿੱਚ ਅੱਗ ਹੈ। ਉਸੇ ਹੀ ਤਰ੍ਹਾਂ ਊਚ ਨੀਚ ਮਹਿ ਜੋਤ ਸਮਾਣੀ, ਘਾਟ ਘਾਟ ਮਾਧੋ ਜੀਆ। ਘਟ ਘਟ ਦੇ ਅੰਦਰ ਮਾਧੋ ਪ੍ਰਮਾਤਮਾ, ਮਾਇਆ ਦਾ ਪਤੀ, ਸਾਰੇ ਜੀਵਾਂ ਦੇ ਅੰਦਰ ਕੋਈ ਵੀ ਜੀਵ ਇਹੋ ਜਿਹਾ ਨਹੀਂ ਜਿਹਦੇ ਅੰਦਰ ਪਰਮਾਤਮਾ ਨਾ ਵਸਦਾ ਹੋਵੇ। ਬਸ ਇੰਨਾ ਕੁ ਫਰਕ ਹੈ, ਤੇਰੀ ਦੇਖਣ ਵਾਲੀ ਅੱਖ ਨਹੀਂ। ਮਹਾਰਾਜ ਜੀ ਕਹਿੰਦੇ ਊਚ ਨੀਚ ਮਹਿ ਜੋਤ ਸਮਾਣੀ। ਉੱਚਿਆਂ ਦੇ ਵਿੱਚ ਵੀ ਨੀਵਿਆਂ ਦੇ ਵਿੱਚ ਵੀ ਉਸ ਪਰਮੇਸ਼ਰ ਦੀ ਜੋਤ ਇੱਕ ਰੂਪ ਹੋ ਰਹੀ ਹੈ। ਲੋਕਾਂ ਨੇ ਪਛਾਣਿਆ ਨਹੀਂ ਨਾ ਭਗਤ ਜਨਾਂ ਨੂੰ। ਹੁਣ ਉਹਨਾਂ ਨੂੰ ਤਾਂ ਨੀਚ ਨੀਚ ਆਖ ਕਰਕੇ ਅਛੂਤ ਦੁਰਕਾਰਿਆਂ ਨੂੰ, ਕਿਸੇ ਕਵੀ ਨੇ ਲਿਖਿਆ ਨਾ, ਨੀਚ ਨੀਚ ਆਖ ਕੇ ਅਛੂਤ ਦੁਰਕਾਰਿਆਂ ਨੂੰ ਕਿਵੇਂ ਕੌਣ ਚੁੱਕ ਪੁੱਤਾਂ ਵਾਂਗੂ ਛਾਤੀ ਨਾਲ ਲਾਉਂਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾ ਹੁੰਦੇ ਤਾਂ ਕੌਣ ਸਾਡੇ ਵਰਗੇ ਨੀਚਾਂ ਨੂੰ ਉੱਚਾ ਬਿਠਾਉਂਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਆ, ਨੀਵਿਆਂ ਦੇ ਵਿੱਚ ਵੀ ਪ੍ਰਗਟ ਕਰ ਦਿੱਤਾ ਸਤਿਗੁਰੂ ਮਹਾਰਾਜ ਜੀ ਨੇ ਵੀ ਇਹਨਾਂ ਦੇ ਵਿੱਚ ਵੀ ਪ੍ਰਮਾਤਮਾ ਹੈ। ਕਰੋ ਦਰਸ਼ਨ ਜਾ ਕਰਕੇ ਭਗਤ ਨਾਮਦੇਵ ਜੀ ਦੇ ਉਸ ਸਥਾਨ ਦੇ, ਓਂਡਾ ਨਾਗਨਾਥ ਮੰਦਿਰ ਦੇ। ਪਾਂਡੇ ਬੜਾ ਕੁਝ ਕਹਿੰਦੇ ਨੇ, ਪਰ ਪਤਾ ਲੱਗਦਾ ਹੈ ਵੀ ਦੁਨੀਆ ਦੇ ਵਿੱਚ ਇੱਕੋ ਇੱਕ ਮੰਦਿਰ ਹੈ, ਬਾਕੀ ਮੰਦਿਰਾਂ ਦੇ ਮੂੰਹ ਚੜ੍ਹਦੇ ਵਾਲੇ ਪਾਸੇ ਹੁੰਦੇ ਨੇ। ਇੱਕੋ ਇੱਕ ਮੰਦਿਰ ਹੈ ਓਂਡਾ ਨਾਗਨਾਥ, ਹਜੂਰ ਸਾਹਿਬ ਤੋਂ ਕੋਈ 50-60 ਕਿਲੋਮੀਟਰ ਦੀ ਦੂਰੀ ਤੇ, ਜਿਹਦਾ ਮੂੰਹ ਲਹਿੰਦੇ ਵਾਲੇ ਪਾਸੇ ਨੂੰ ਹੈ। ਕਿਉਂ? ਕਿਉਂਕਿ ਭਗਤ ਨਾਮਦੇਵ ਜੀ ਨੂੰ ਜਿਸ ਸਮੇਂ ਪਾਂਡਿਆਂ ਨੇ ਧੱਕੇ ਮਾਰੇ ਵੀ ਇੱਥੋਂ ਦੂਰ ਚਲੇ ਜਾ, ਤੂੰ ਨੀਚ ਹੈ, ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਗਿਲਾ ਨਹੀਂ, ਮਨ ਦੇ ਵਿੱਚ ਪਿਆਰ ਵੀ ਹੈ, ਭਾਵਨਾ ਵੀ ਹੈ।
ਇਹ ਕਹਿਣਾ ਕੀਤਾ, ਇਹ ਅਕਾਲ ਪੁਰਖ ਪ੍ਰਮਾਤਮਾ ਜੇ ਤੇਰੀ ਬੰਦਗੀ ਕਰਦਿਆਂ ਧੱਕੇ ਪੈਣੇ ਨੇ, ਫਿਰ ਬੰਦਗੀ ਕਰਨ ਦਾ ਕੀ ਫਾਇਦਾ। ਪਿੱਛੇ ਬੈਠ ਕਰਕੇ ਕੀਰਤਨ ਕਰਦੇ ਨੇ, ਜਿਉਂ ਜਿਉਂ ਨਾਮਾ ਹਰ ਗੁਣ ਉਚਰੈ ਭਗਤ ਜਨਾ ਕਾ ਦੇਹੁਰਾ ਫਿਰੈ। ਸ਼ੀਂਬੇ ਨੂੰ ਕਹਿੰਦੇ ਸਨ ਨਾ ਸ਼ੀਂਬਾ ਹੈ, ਪਰ ਉਸ ਨੇ ਰੱਬ ਨੂੰ ਪ੍ਰਗਟ ਕਰਕੇ ਦਿਖਾ ਦਿੱਤਾ ਵੀ ਹਿਰਦੇ ਵਿੱਚ ਪ੍ਰਗਟ ਹੈ ਰੱਬ, ਤੇ ਬਾਹਰ ਆਣ ਕਰਕੇ ਇਹੋ ਜਿਹਿਆਂ ਦੀ ਸੇਵਾ ਵੀ ਕਰਦਾ ਹੈ। ਰਵਿਦਾਸ ਜੀ ਨੇ ਪ੍ਰਗਟ ਕਰਕੇ ਦਿਖਾ ਦਿੱਤਾ, ਤੁਸੀਂ ਲੋਕ ਮੈਨੂੰ ਨੀਚ ਕਹਿੰਦੇ ਹੋ, ਪਰਮਾਤਮਾ ਤਾਂ ਵਸਦਾ ਹੀ ਇਹਨਾਂ ਹਿਰਦਿਆਂ ਵਿੱਚ ਹੈ। ਉੱਚਿਆਂ ਦੇ ਵਿੱਚ ਵੀ ਤੇ ਨੀਵਿਆਂ ਦੇ ਵਿੱਚ ਵੀ ਇੱਕ ਰਸ ਹੋ ਕਰਕੇ ਜੋਤ ਉਸ ਪਰਮੇਸ਼ਰ ਦੀ ਸਾਰਿਆਂ ਦੇ ਹਿਰਦਿਆਂ ਵਿੱਚ ਜਗ ਰਹੀ ਹੈ ਜੀ। ਮਹਾਰਾਜ ਜੀ ਕਹਿੰਦੇ ਘਟ ਘਟ ਮਾਧੋ ਜੀਆ, ਹਰੇਕ ਘਟਾਂ ਦੇ ਵਿੱਚ ਉਹ ਪ੍ਰਮਾਤਮਾ ਮਾਇਆ ਦਾ ਪਤੀ ਜੀਵਾਂ ਦੇ ਅੰਦਰ ਵਸਦਾ ਹੈ ਜੀ। ਸੰਤੋ ਘਾਟ ਘਾਟ ਰਹਿਆ ਸਮਾਹਿਓ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਆਪਣੇ ਗੁਰਸਿੱਖਾਂ ਨੂੰ ਸੰਬੋਧਨ ਕਰਦੇ ਨੇ ਨਾ, ਬੜਾ ਪ੍ਰੇਮ ਭਰੇ ਵਚਨ ਕਰਦੇ ਨੇ। ਕਿਤੇ ਮਹਾਰਾਜ ਜੀ ਨੇ ਕਿਹਾ ਸਿਖੜਾ, ਜਿਵੇਂ ਮਾਤਾ ਕਹਿੰਦੀ ਹੈ ਨਾ, ਜਦੋਂ ਮਾਂ ਆਪਣੇ ਬੱਚੇ ਨੂੰ ਦੇਖਦੀ ਕਹਿੰਦੀ ਲਿਆ ਤੇਰਾ ਮੁਖੜਾ ਸਵਾਰ ਦਵਾਂ। ਸਿਖੜਾ ਕੋਈ ਮਾੜਾ ਸ਼ਬਦ ਨਹੀਂ, ਮੁਖੜਾ ਵੀ ਕੋਈ ਮਾੜਾ ਸ਼ਬਦ ਨਹੀਂ। ਮੁਖੜਾ ਕਿਆ ਕਹਿੰਦੇ, ਸੁੰਦਰ ਮੁਖੜਾ ਬਣਾ ਦਵਾਂ। ਇਸੇ ਪ੍ਰਕਾਰ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਤੇ ਕਹਿੰਦੇ ਨੇ ਮੇਰੇ ਭਾਈ ਜਨਾ, ਕਿਤੇ ਕਹਿੰਦੇ ਨੇ ਸੰਤੋ। ਇੱਥੇ ਬਖਸ਼ਿਸ਼ ਕੀਤਾ ਮਹਾਰਾਜ ਜੀ ਨੇ, ਸੰਤੋ ਘਟ ਘਟ ਰਹਿਆ ਸਮਾਏ। ਇਹ ਗੁਰਮੁਖੋ ਯਾਦ ਰੱਖਿਓ, ਉਹ ਪਰਮੇਸ਼ਰ ਹਰੇਕ ਘਟਾ ਦੇ ਅੰਦਰ ਸਮਾਇਆ ਹੋਇਆ ਹੈ, ਹਰੇਕ ਘਟ ਦੇ ਅੰਦਰ ਵਸ ਰਿਹਾ ਹੈ। ਤੇ ਇਹ ਗੱਲ ਮਨ ਦੇ ਵਿੱਚ ਪੱਲੇ ਦੇ ਵਿੱਚ ਬੰਨ੍ਹ ਲੈਣੀ ਚਾਹੀਦੀ ਹੈ ਵੀ ਅਸੀਂ ਕਿਤੇ ਨੀਵਿਆਂ ਨੂੰ ਵੀ ਧੱਕੇ ਨਾ ਮਾਰਦੇ ਫਿਰੀਏ, ਉਹਦੇ ਵਿੱਚ ਵੀ ਪਰਮਾਤਮਾ ਵਸਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਲਈ ਸ਼ਹਿਦ ਲੈ ਕਰਕੇ ਆਏ ਨੇ ਗੁਰਸਿੱਖ। ਸ਼ਹਿਦ ਸੀ ਕਾਲੀਆਂ ਮੱਖੀਆਂ ਦਾ, ਤੇ ਰਾਸਤੇ ਦੇ ਵਿੱਚ ਇੱਕ ਗੁਰਸਿੱਖ ਬੈਠਾ, ਕਹਿੰਦਾ ਵੀ ਭਾਈ ਲੱਤਾਂ ਤੋਂ ਲੰਘਾ ਹਾਂ ਤੇ ਮੈਂ ਜਾ ਨਹੀਂ ਸਕਦਾ ਗੁਰੂ ਦਰਬਾਰ ਦੇ ਵਿੱਚ। ਗੁਰੂ ਨੇ ਤਾਂ ਵਰਤਾ ਹੀ ਦੇਣਾ ਹੈ, ਬਾਅਦ ਦੇ ਵਿੱਚ ਸ਼ੀਤ ਪ੍ਰਸ਼ਾਦ ਵਰਤਾਉਣਾ ਹੈ, ਮੈਨੂੰ ਇੱਥੇ ਥੋੜਾ ਜਿਹਾ ਚੱਖ ਲੈਣ ਦੇ। ਸ਼ਾਇਦ ਕਹਿਣ ਲੱਗਾ ਨਹੀਂ, ਇਹ ਮੈਂ ਗੁਰੂ ਲਈ ਲੈ ਕਰਕੇ ਜਾ ਰਿਹਾ। ਬੜੀ ਭਾਵਨਾ ਸੀ। ਗੁਰਦੇਵ ਪਾਤਸ਼ਾਹ ਉਹਨੇ ਬੜੀਆਂ ਮਿੰਨਤਾਂ ਕੀਤੀਆਂ ਵੀ ਮੈਂ ਉੱਥੇ ਪਹੁੰਚ ਨਹੀਂ ਸਕਦਾ, ਲੱਤਾਂ ਮੇਰੀਆਂ ਹੈ ਨਹੀਂ, ਧਰਤੀ ਤੇ ਤਪਸ਼ ਹੈ, ਗਰਮੀ ਪੈ ਰਹੀ ਹੈ। ਪਰ ਗੁਰਸਿੱਖ ਮੰਨਿਆ ਨਾ। ਜਦੋਂ ਗੁਰਦੇਵ ਪਾਤਸ਼ਾਹ ਜੀ ਦੇ ਕੋਲ ਜਾ ਕਰਕੇ ਸ਼ਹਿਦ ਦਾ ਕੁੱਜਾ ਰੱਖਿਆ, ਮਹਾਰਾਜ ਜੀ ਕਹਿਣ ਲੱਗੇ ਕੀ ਲਿਆਇਆ ਭਾਈ? ਕਹਿੰਦੇ ਸ਼ਹਿਦ। ਮਹਾਰਾਜ ਜੀ ਆਪ ਜੀ ਛਕ ਲਵੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੁੱਜੇ ਦੇ ਉੱਪਰੋਂ ਕੱਪੜਾ ਖੋਲ੍ਹਿਆ, ਅੰਦਰ ਦੇਖਿਆ। ਮਹਾਰਾਜ ਜੀ ਕਹਿਣ ਲੱਗੇ ਆਹ ਸ਼ਹਿਦ ਲੈ ਕਰਕੇ ਆਇਆ ਮੇਰੇ ਲਈ, ਜਿਹਦੇ ਵਿੱਚ ਕੀੜੇ ਪਏ ਹੋਏ ਨੇ। ਮਹਾਰਾਜ ਇਹਦੇ ਵਿੱਚ ਕੀੜੇ ਤਾਂ ਨਹੀਂ, ਤਾਂ ਮੈਂ ਤਾਜ਼ਾ ਲੈ ਕਰਕੇ ਆਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਜਦੋਂ ਮੰਗਿਆ ਸੀ ਉਦੋਂ ਛਕਾਇਆ ਨਹੀਂ, ਤੇ ਤੂੰ ਮੰਗਿਆ ਸੀ ਰਸਤੇ ਦੇ ਵਿੱਚ, ਤੂੰ ਛਕਾਇਆ ਨਹੀਂ, ਤੂੰ ਪਛਾਣਿਆ ਨਹੀਂ ਵੀ ਪ੍ਰਮਾਤਮਾ ਕਿੱਥੇ ਵਸਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹਰੇਕ ਜਗ੍ਹਾ ਉਹ ਪਰਿਪੂਰਨ ਹੋ ਰਿਹਾ ਹੈ ਜੀ। ਪੂਰਨ ਪੂਰ ਰਹਿਓ ਸਰਬ ਮਹਿ, ਜਲ ਥਲ ਰਮਈਆ ਆਹਿਓ। ਪਰਿਪੂਰਨ ਹੋ ਰਿਹਾ, ਪੂਰਨ ਪਰਮੇਸ਼ਰ ਸਤਿਗੁਰੂ ਅਕਾਲ ਪੁਰਖ ਪ੍ਰਮਾਤਮਾ ਸਰਬ ਮੈਂ, ਸਾਰਿਆਂ ਦੇ ਵਿੱਚ ਹੀ। ਕਹਿੰਦੇ ਇੱਥੇ ਹੀ ਬਸ ਨਹੀਂ, ਜਲ ਥਲ। ਥਲ ਕਹਿੰਦੇ ਨੇ ਧਰਤੀ ਨੂੰ, ਜਲ ਕਹਿੰਦੇ ਨੇ ਪਾਣੀ ਨੂੰ। ਪਹਿਲੀ ਗੱਲ ਤਾਂ ਹੈਰਾਨ ਹੋ ਜਾਈਦਾ ਹੈ ਵੀ ਅਸੀਂ ਲੋਕ ਵਿਦੇਸ਼ ਦੀ ਧਰਤੀ ਤੇ ਜਾਂਦੇ ਹਾਂ ਤੇ ਉੱਥੇ ਅਰਦਾਸਾਂ ਕਰਦੇ ਹਾਂ, ਸਾਡੀਆਂ ਅਰਦਾਸਾਂ ਉੱਥੇ ਵੀ ਪੂਰੀਆਂ ਹੁੰਦੀਆਂ ਨੇ, ਇੱਥੇ ਵੀ ਪੂਰੀਆਂ ਹੁੰਦੀਆਂ ਨੇ। ਕਦੀ ਮਨ ਦੇ ਵਿੱਚ ਸੋਚ ਲਈਏ ਵੀ ਗੁਰੂ ਤਾਂ ਪਰਮੇਸ਼ਰ ਤਾਂ ਇੱਕ ਜਗ੍ਹਾ ਹੀ ਵਸਦਾ ਹੈ। ਹਾਂ, ਵਾਸਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰੂ ਕੇ ਸਿੱਖ ਨੂੰ ਦਰਸ਼ਨ ਦੇ ਕਰਕੇ ਵਚਨ ਕੀਤਾ ਸੀ ਹਜ਼ੂਰ ਸਾਹਿਬ ਦੀ ਧਰਤੀ ਤੇ। ਆ ਕੁਝ ਕੀ ਸਾਲ ਹੋਏ ਆ ਪਿਛਲੀ ਸਦੀ ਦੇ ਵਿੱਚ। ਕਹਿੰਦੇ 22 ਘੰਟੇ ਮੈਂ ਇਸ ਸਥਾਨ ਤੇ ਰਹਿਣਾ ਹਾਂ, 22 ਘੰਟੇ ਹਜ਼ੂਰ ਸਾਹਿਬ ਦੇ ਸਥਾਨ ਤੇ। ਕਿਤੇ ਫਿਰ ਸਮਾਂ ਬਣਿਆ ਤੇ ਵਿਸਤਾਰ ਦੇ ਨਾਲ ਆਪ ਜੀ ਦੇ ਸਾਹਮਣੇ ਰੱਖਾਂਗਾ। 22 ਘੰਟੇ ਮੈਂ ਇਸ ਸਥਾਨ ਤੇ ਰਹਿਣਾ, 2 ਘੰਟੇ ਮੈਂ ਦੁਨੀਆ ਦੇ ਵਿੱਚ ਆਪਣੇ ਗੁਰਸਿੱਖਾਂ ਦੇ ਦਰਸ਼ਨ ਕਰਨ ਜਾਣਾ ਹਾਂ। ਹੁਣ ਉਹ ਘੰਟੇ ਪਤਾ ਨਹੀਂ ਕਦੋਂ ਆਉਂਦੇ ਨੇ। ਗੁਰੂ ਕੇ ਸਿੱਖਾਂ ਤੇਰੇ ਸਾਹਮਣੇ ਆ ਜਾਵੇ, ਤੂੰ ਕਿਹੜੀ ਪਛਾਣ ਕਰ ਸਕਦਾ ਹੈ? ਇਹਦੇ ਵਿੱਚ ਪਰਮਾਤਮਾ ਵਸ ਰਿਹਾ। ਜਲ ਥਲ, ਜਲ ਦੇ ਵਿੱਚ ਵੀ ਹੈ, ਥਲ ਦੇ ਵਿੱਚ ਵੀ ਸਮਾਇਆ ਹੋਇਆ ਹੈ ਜੀ। ਰਹਾਉ ਵਿਸ਼ਰਾਮ ਦੇ ਕਰਕੇ ਫਰਮਾਨ ਕਰਦੇ ਹਨ, ਗੁਣ ਨਿਧਾਨ ਨਾਨਕ ਜਸ ਗਾਵੈ। ਨਿਧਾਨ ਕਹਿੰਦੇ ਨੇ ਖਜ਼ਾਨੇ ਨੂੰ। ਗੁਣਾਂ ਦਾ ਖਜ਼ਾਨਾ ਉਹ ਪਰਮੇਸ਼ਰ ਹੈ, ਉਹਦੇ ਕੋਲ ਗੁਣ ਹੀ ਨੇ। ਤੇ ਅਸੀਂ ਹਮ ਅਵਗੁਣ ਭਰੇ ਏਕ ਗੁਣ ਨਾਹੀ, ਅਸੀਂ ਤਾਂ ਅਵਗੁਣਾਂ ਦੇ ਭਰੇ ਵਿੱਚ ਹਾਂ।
ਇੱਕ ਗੁਣ ਨਹੀਂ, ਪਰ ਦੁਨੀਆ ਦੇ ਸਾਹਮਣੇ ਦੇਖੋ ਹਾਲਤ ਕਿਹੋ ਜਿਹੀ ਬਣੀ ਹੋਈ ਹੈ। ਅਸੀਂ ਆਪਣੇ ਗੁਣ ਹੀ ਪ੍ਰਗਟ ਕਰਨਾ ਚਾਹੁੰਦੇ ਹਾਂ। ਅਵਗੁਣਾਂ ਦੀ ਗੱਲ ਸਾਡੇ ਸਾਹਮਣੇ ਸਾਡੇ ਬਦਲੇ ਕਹੇ ਨਾ ਕੋਈ, ਤੇ ਅਸੀਂ ਲੜਨ ਤੱਕ ਜਾਂਦੇ ਹਾਂ, ਮਾਰਨ ਤੱਕ ਜਾਂਦੇ ਹਾਂ। ਇਹ ਮੇਰੇ ਵਿੱਚ ਤਾਂ ਅਵਗੁਣ ਹੀ ਕੋਈ ਨਹੀਂ, ਅਵਗੁਣ ਤਾਂ ਸਾਰੇ ਤੇਰੇ ਵਿੱਚ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨਹੀਂ, ਉਹ ਗੁਣਾਂ ਦਾ ਖਜ਼ਾਨਾ ਤਾਂ ਪ੍ਰਮਾਤਮਾ ਹੈ। ਗੁਣ ਨਿਧਾਨ ਇਹੋ ਜਿਹੇ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਮੈਂ ਜਸ ਗਾਉਣਾ ਹਾਂ, ਵਡਿਆਈ ਕਰਦਾ ਹਾਂ। ਨਾਨਕ ਜਸ ਗਾਵੈ ਸਤਿਗੁਰ ਭਰਮ ਚੁਕਾਇਓ। ਨਾਨਕ ਜਸ ਗਾਵੈ ਕਹਿੰਦੇ ਉਸ ਦਾ ਗਾਉਣਾ ਹਾਂ ਜਸ ਜਿਸ ਨੇ ਮੇਰਾ ਭੁਲੇਖਾ ਦੂਰ ਕਰ ਦਿੱਤਾ। ਸੱਚ ਜਾਣਿਓ, ਆਪਾਂ ਵੀ ਇੰਨੇ ਬੈਠੇ ਆ ਸਜੇ, ਪਹਿਲੇ ਵੀ ਗੁਰਸਿੱਖ ਹੋਣਗੇ, ਜੇ ਗੁਰਦੇਵ ਪਾਤਸ਼ਾਹ ਜੀ ਬਖਸ਼ਿਸ਼ ਨਾ ਕਰਦੇ, ਰਹਿਮਤ ਨਾ ਕਰਦੇ, ਪ੍ਰਗਟ ਹੋ ਕਰਕੇ ਸਾਨੂੰ ਸੱਚ ਦਾ ਮਾਰਗ, ਪਰਮਾਰਥ ਦਾ ਰਸਤਾ, ਪਰਮਾਰਥ ਦਾ ਪੈਂਡਾ ਨਾ ਦਿਖਾਉਂਦੇ ਨਾ, ਤੇ ਅਸੀਂ ਵੀ ਅੱਜ ਪਰਮਾਤਮਾ ਨੂੰ ਨਹੀਂ ਸੀ ਪਛਾਣ ਸਕਣਾ। ਪਰਮਾਤਮਾ ਕਿੱਥੇ ਹੈ, ਕਿਹੋ ਜਿਹਾ ਹੁੰਦਾ ਹੈ। ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਬੜੀ ਕੀਤੀ ਹੈ। ਕਹਿਣ ਲੱਗੇ, ਕਹਿੰਦੇ ਐ ਅਕਾਲ ਪੁਰਖ ਪ੍ਰਮਾਤਮਾ, ਤੁਸੀਂ ਮੇਰਾ ਭੁਲੇਖਾ ਦੂਰ ਕਰ ਦਿੱਤਾ। ਤੁਸੀਂ ਤਾਂ ਹਰ ਜਗ੍ਹਾ ਹੋ। ਲੋਕੀ ਜੰਗਲਾਂ ਦੇ ਵਿੱਚ ਲੱਭਦੇ ਫਿਰਦੇ ਨੇ, ਲੋਕੀ ਪਹਾੜਾਂ ਦੇ ਉੱਪਰ ਤੁਰੇ ਫਿਰਦੇ ਨੇ, ਤੁਸੀਂ ਤਾਂ ਹਿਰਦਿਆਂ ਵਿੱਚ ਵਸਣ ਵਾਲੇ ਹੋ। ਤੁਹਾਨੂੰ ਹਿਰਦੇ ਦੇ ਵਿੱਚ ਕਿਸੇ ਨੇ ਤੱਕਿਆ ਹੀ ਨਹੀਂ, ਦੇਖਿਆ ਹੀ ਕਿਸੇ ਨੇ। ਜਿਹਨੇ ਦੇਖਿਆ ਹੈ ਉਹਦੇ ਉੱਪਰ ਇੰਨੀ ਬਖਸ਼ਿਸ਼ ਹੋਈ। ਗੁਰੂ ਪਿਆਰਿਓ, ਉਹਨਾਂ ਦੀ ਪਾਵਨ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਮਹਾਰਾਜ ਜੀ ਨੇ ਆਪ ਦਰਜ ਕਰ ਦਿੱਤੀ, ਜਿਨ੍ਹਾਂ ਨੇ ਹਿਰਦਿਆਂ ਵਿੱਚ ਤੱਕਿਆ। ਨਹੀਂ ਤਾਂ ਜ਼ਿਆਦਾ ਕਰਕੇ ਅਸੀਂ ਬਾਹਰ ਹੀ ਦੇਖਦੇ ਹਾਂ। ਦੇਖੋ ਹੁਣ ਰਸ਼ ਪਿਆ ਹੈ ਉੱਥੇ ਹਰਿਮੰਦਰ ਸਾਹਿਬ ਵਿਖੇ, ਇੱਕ ਦੂਸਰੇ ਨੂੰ ਧੱਕੇ ਮਾਰਦੇ ਨੇ, ਬਾਹਰ ਹੀ ਦੇਖਦੇ ਨੇ ਵੀ ਬਾਹਰ ਪ੍ਰਮਾਤਮਾ ਹੈ। ਹਾਂ, ਸਥਾਨ ਬੜਾ ਪਵਿੱਤਰ ਹੈ, ਮਹਾਰਾਜ ਜੀ ਉੱਥੇ ਵਿਰਾਜਮਾਨ ਨੇ, ਪਰ ਗੁਰੂ ਕੇ ਸਿੱਖਾਂ ਜਿਹੜੇ ਗੁਰਸਿੱਖ ਨੂੰ ਧੱਕੇ ਮਾਰ ਰਹੇ ਆ, ਉਹਦੇ ਵਿੱਚ ਵੀ ਤਾਂ ਪ੍ਰਮਾਤਮਾ ਵਸਦਾ ਹੀ ਹੈ। ਕਿਤੇ ਹਿਰਦੇ ਵਿੱਚ ਸੋਚ ਲਿਆ ਕਰ। ਮਹਾਰਾਜ ਜੀ ਕਹਿੰਦੇ ਨੇ ਇਹ ਮੇਰਾ ਭੁਲੇਖਾ ਉਸ ਪਰਮੇਸ਼ਰ ਨੇ ਦੂਰ ਕਰ ਦਿੱਤਾ। ਗੁਣ ਨਿਧਾਨ ਨਾਨਕ ਜਸ ਗਾਵੈ। ਗੁਣਾਂ ਦੇ ਖਜ਼ਾਨੇ ਪਾਤਸ਼ਾਹ ਜੀ ਕਹਿੰਦੇ ਨਾਨਕ ਜਸ ਗਾਵੈ, ਮੈਂ ਉਹਦਾ ਗਾਉਣਾ ਹਾਂ ਜਸ, ਵਡਿਆਈ ਕਰਦਾ ਹਾਂ ਜਿਹਨੇ ਮੇਰਾ ਭੁਲੇਖਾ ਦੂਰ ਕਰ ਦਿੱਤਾ ਹੈ ਜੀ। ਸਤਿਗੁਰ ਭਰਮ ਚੁਕਾਇਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮੇਰੇ ਮਨਾਂ ਦੇ ਅੰਦਰ ਜੋ ਭੁਲੇਖੇ ਸਨ ਵੀ ਉਹ ਇੱਧਰ ਵਸਦਾ ਹੈ, ਉਹ ਇੱਥੇ ਰਹਿੰਦਾ ਹੈ, ਉਹ ਕਿਹੋ ਜਿਹਾ ਹੋਵੇਗਾ, ਸਾਰੇ ਭੁਲੇਖੇ ਦੂਰ ਕਰ ਦਿੰਦੇ। ਕਿਉਂਕਿ ਇਹ ਸਾਰਾ ਹੀ ਸੰਸਾਰ ਉਸ ਪਰਮੇਸ਼ਰ ਦਾ ਰੂਪ ਹੈ। ਸਾਰੇ ਨੂੰ ਇਕੱਠਾ ਕਰੀਏ ਤਾਂ ਪਰਮੇਸ਼ਰ ਬਣਦਾ ਹੈ। ਹਾਂ ਦੇਖੋ, ਧਿਆਨ ਮਾਰ ਕਰਕੇ, ਇੱਕ ਕਹਿੰਦੇ ਪ੍ਰਮਾਤਮਾ, ਇੱਕ ਕਹਿੰਦੇ ਆਤਮਾ। ਆਤਮਾ ਪ੍ਰਮਾਤਮਾ ਦੀ ਅੰਸ਼ ਹੈ। ਪਾਣੀ ਦੇ ਵਿੱਚੋਂ ਇੱਕ ਤੁਬਕਾ ਬਾਹਰ ਕੱਢ ਦੇਵਾਂਗੇ ਸਮੁੰਦਰ ਦੇ ਵਿੱਚੋਂ, ਸਮੁੰਦਰ ਨਹੀਂ ਅਖਵਾਵੇਗਾ, ਉਹ ਇੱਕ ਤੁਬਕਾ ਅਖਵਾਵੇਗਾ, ਬੂੰਦ ਅਖਵਾਵੇਗੀ। ਪਰ ਜਦੋਂ ਬੂੰਦਾਂ ਦੇ ਨਾਲ ਇਕੱਠਾ ਹੁੰਦਾ ਹੈ ਤੇ ਫਿਰ ਸਮੁੰਦਰ ਬਣਦਾ ਹੈ। ਫਿਰ ਕਹਿੰਦੇ ਨੇ ਉਸ ਨੂੰ ਸਮੁੰਦਰ ਸਾਗਰ ਹੈ। ਤੇ ਇਸੇ ਪ੍ਰਕਾਰ ਇਹ ਪ੍ਰਮਾਤਮਾ ਦੀ ਆਪਣੀ ਰਚੀ ਹੋਈ ਖੇਡ, ਪ੍ਰਮਾਤਮਾ ਦੀ ਬਖਸ਼ਿਸ਼, ਰਹਿਮਤ, ਸਤਿਗੁਰੂ ਸੱਚੇ ਪਾਤਸ਼ਾਹ ਸਾਰਿਆਂ ਦੇ ਹਿਰਦੇ ਵਿੱਚ ਵਸ ਰਿਹਾ ਹੈ। ਔਰ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਗਟ ਕਰਦਾ ਹੈ ਨਾ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਸੈਦ ਖਾਂ ਚੜ੍ਹਾਈ ਕਰਕੇ ਆਇਆ ਤੇ ਮਨ ਦੇ ਵਿੱਚ ਸੀ, ਕਿਉਂਕਿ ਕਈ ਗੁਰਸਿੱਖਾਂ ਤੋਂ ਮਹਾਰਾਜ ਜੀ ਦੀ ਵਡਿਆਈ ਸੁਣੀ ਸੀ, ਕਿਤੇ ਸਤਿਗੁਰੂ ਮਹਾਰਾਜ ਜੀ ਮੈਨੂੰ ਇਕੱਲੇ ਨੂੰ ਦਰਸ਼ਨ ਦੇਣ, ਫਿਰ ਮੈਂ ਪਛਾਣਾ ਵੀ ਅਸਲੀ ਗੁਰੂ ਨੇ। ਮਹਾਰਾਜ ਜੀ ਨੇ ਉਹਦੇ ਹਿਰਦੇ ਦੀ ਜਾਣ ਲਈ ਹੈ ਤੇ ਘੋੜੇ ਤੇ ਸਵਾਰ ਹੋ ਕਰਕੇ ਸੈਦ ਖਾਂ ਦੇ ਅੱਗੇ ਆਣ ਖੜੇ ਹੋਏ ਨੇ। ਹੁਣ ਸੈਦ ਖਾਂ ਨੇ ਜਦੋਂ ਦਰਸ਼ਨ ਕੀਤੇ, ਨੇਤਰ ਖੁੱਲ੍ਹ ਨਹੀਂ ਰਹੇ ਸਨ, ਬੜੀ ਮੁਸ਼ਕਲ ਦੇ ਨਾਲ ਦਰਸ਼ਨ ਕੀਤੇ, ਚਰਨੀ ਪੈ ਗਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ। ਚੜ੍ਹਾਈ ਕਰਕੇ ਆਇਆ ਸੀ, ਮਹਾਰਾਜ ਜੀ ਨੂੰ ਕਹਿਣ ਲੱਗਾ ਬਖਸ਼ ਲਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜਿੱਧਰ ਨੂੰ ਮੂੰਹ ਹੈ ਉਧਰ ਨੂੰ ਚਲਾ ਜਾ, ਪੌਂਟਾ ਸਾਹਿਬ ਦੀ ਧਰਤੀ ਨੂੰ ਚਲਾ ਗਿਆ। ਤੇ ਰਹਿਮਤ ਹੋਈ ਹੈ, ਮਹਾਰਾਜ ਜੀ ਉਸ ਦੇ ਉੱਪਰ ਕਿਰਪਾ ਕਰਦੇ ਨੇ ਜਿਹੜਾ ਪਛਾਣ ਲੈਂਦਾ ਹੈ। ਹਿਰਦੇ ਵਿੱਚੋਂ ਪਛਾਣਨ ਦੇ ਨਾਲ ਹਰੇਕ ਪ੍ਰਕਾਰ ਦੇ ਭੁਲੇਖੇ ਦੂਰ ਹੁੰਦੇ ਹਨ ਜੀ। ਸਰਬ ਨਿਵਾਸੀ ਸਦਾ ਅਲੇਪਾ, ਸਭ ਮਹਿ ਰਹਿਆ ਸਮਾਇਓ। ਸਾਰਿਆਂ ਦੇ ਵਿੱਚ ਨਿਵਾਸ ਕਰਨ ਵਾਲਾ ਪਰਮੇਸ਼ਰ ਉਹ ਅਲੇਪ ਰਹਿੰਦਾ ਹੈ ਤੇ ਸਾਰਿਆਂ ਦੇ ਵਿੱਚੋਂ ਸਮਾਇਆ ਹੋਇਆ। ਗੁਰੂ ਕੇ ਸਿੱਖਾ ਉਹ ਭੁਲੇਖਾ ਕੱਢਦੇ ਆਪਣਾ। ਪਰਮੇਸ਼ਰ ਦੀ ਅੰਸ਼ ਜਿਹੜੀ ਹੈ ਉਹ ਸਾਰਿਆਂ ਦੇ ਵਿੱਚ ਤੱਕਿਆ ਕਰ, ਦੇਖਿਆ ਕਰ। ਆਪਣੇ ਜੀਵਨ ਨੂੰ ਅਗਰ ਸਫਲ ਕਰਨਾ ਹੈ, ਉਹ ਹਰੇਕ ਜੀਵ ਦੇ ਵਿੱਚ, ਹਰੇਕ ਪਸ਼ੂ ਪੰਛੀ ਦੇ ਵਿੱਚ, ਹਰੇਕ ਜਗ੍ਹਾ ਵਸ ਰਿਹਾ ਹੈ। ਸੋ ਇਹ ਤਾਂ ਸਤਿਗੁਰੂ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਹੁਕਮਨਾਮੇ ਦੀ ਬਖਸ਼ਿਸ਼ ਕੀਤੀ। ਤੇ ਹੁਣ ਆਪਾਂ ਰਹਿੰਦੇ ਸਮੇਂ ਦੌਰਾਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ
ਚੱਲ ਰਹੀ ਲੜੀਵਾਰ ਗੁਰਬਾਣੀ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਆਪ ਪਾਵਨ ਬਾਣੀ ਦੀ ਰੋਜ਼ਾਨਾ ਕਥਾ ਸੁਣਦੇ ਹੋ, ਜਿੰਨਾ ਕੁ ਸਮਾਂ ਰਹਿੰਦਾ ਹੈ ਉਸ ਸਮੇਂ ਦੇ ਵਿੱਚ ਉਸ ਦੀ ਅਖਰੀ ਵਿਚਾਰ ਕਰਨ ਦਾ ਯਤਨ ਕਰੀਏ ਜੀ। ਸ਼ਲੋਕ ਮਹੱਲਾ ਪੰਜਵਾ। ਅੰਦਰੋਂ ਅੰਨਾ ਬਾਹਰੋਂ ਅੰਨਾ ਕੂੜੀ ਕੂੜੀ ਗਾਵੇ। ਹੁਣ ਰਲਦਾ ਮਿਲਦਾ ਸ਼ਬਦ ਹੈ। ਹੁਕਮਨਾਮਾ ਆਪਾਂ ਸਰਵਣ ਕੀਤਾ ਹੈ, ਇਹ ਵੀ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸ਼ਲੋਕ ਹੈ, ਰਾਮਕਲੀ ਦੀ ਵਾਰ ਦੇ ਵਿੱਚ ਦਰਜ ਹੈ। ਮਹਾਰਾਜ ਜੀ ਕਹਿੰਦੇ ਇਹ ਇਨਸਾਨ ਅੰਦਰੋਂ ਵੀ ਅੰਨਾ ਹੈ, ਅੰਦਰ ਵੀ ਇਹਦੇ ਕੁਛ ਨਹੀਂ, ਇਹਨੂੰ ਪ੍ਰਤੀਤ ਹੀ ਨਹੀਂ ਹੋ ਰਿਹਾ। ਅੰਦਰ ਜੋ ਪ੍ਰਮਾਤਮਾ ਵਸ ਰਿਹਾ ਉਸ ਪਾਸਿਓਂ ਵੀ ਅੰਨਾ ਹੈ, ਵਿਵੇਕ ਵੈਰਾਗ ਵੱਲੋਂ ਵੀ ਅੰਨਾ ਹੈ, ਬਾਹਰੋਂ ਅੰਨਾ, ਤੇ ਬਾਹਰ ਜੋ ਕੁਝ ਦੇਖਦਾ ਹੈ ਉਧਰੋਂ ਵੀ ਅੰਨਾ ਹੈ। ਪਰਮੇਸ਼ਰ ਦੇ ਦਰਸ਼ਨ ਤਾਂ ਹੁੰਦੇ ਹੀ ਨਹੀਂ। ਅੰਨਾ ਕੂੜੀ ਕੂੜੀ ਗਾਵੇ। ਕੂੜੀ ਕਹਿੰਦੇ ਨੇ ਝੂਠੀ ਨੂੰ, ਝੂਠੀਆਂ ਹੀ ਕਥਾ ਕਹਾਣੀਆਂ ਤੇ ਝੂਠੇ ਹੀ ਗੱਲਾਂ ਜਿਹੜੀਆਂ ਇਹ ਕਰਦਾ ਰਹਿੰਦਾ ਹੈ, ਆਪਣੇ ਕੋਲੋਂ ਝੂਠੀਆਂ ਸੁਣਾਈ ਜਾਇਆ ਕਰਦਾ ਹੈ। ਕੂੜੀ ਕੂੜੀ ਗਾਵੇ ਕਹਿੰਦੇ ਝੂਠੀ ਗਾਈ ਜਾਂਦਾ ਰਹਿੰਦਾ ਹੈ ਜੀ। ਦੇਹੀ ਧੋਵੈ ਚੱਕਰ ਬਣਾਏ ਮਾਇਆ ਨੋ ਬਹੁ ਧਾਵੈ। ਬੇਸ਼ੱਕ ਸਾਰੇ ਉਪਦੇਸ਼ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਲਈ ਓਨੇ ਹੀ ਗੁਰਸਿੱਖਾਂ ਦੇ ਲਈ ਵੀ ਜ਼ਰੂਰੀ ਹੈ ਜਿੰਨੇ ਹੋਰ ਗੁਰਸਿੱਖਾਂ ਨੂੰ ਸਤਿਗੁਰੂ ਮਹਾਰਾਜ ਜੀ ਨੇ ਉਪਦੇਸ਼ ਦਿੰਦਿਆਂ ਵਚਨ ਕੀਤੇ ਨੇ। ਇਹ ਵੈਸੇ ਵਚਨ ਜਿਹੜਾ ਸ਼ਲੋਕ ਉਚਾਰਨ ਕੀਤਾ ਹੈ, ਆਮ ਕਰਕੇ ਸੰਪਰਦਾਇ ਦੇ ਵਿੱਚ ਇਹ ਵਚਨ ਉਚਾਰਨ ਕੀਤਾ ਜਾਂਦਾ ਹੈ ਵੀ ਇਹ ਇੱਕ ਪੰਡਤ ਤੇ ਇੱਕ ਵੈਸ਼ਨੂੰ ਦੋਨਾਂ ਦੇ ਸਨਮੁਖੇ ਵਚਨ ਕੀਤਾ ਸੀ ਮੇਰੇ ਪਾਤਸ਼ਾਹ ਜੀ ਨੇ। ਕਹਿੰਦੇ ਨੇ ਇਸੇ ਪ੍ਰਕਾਰ ਦੇਹੀ ਧੋਵੈ, ਕਹਿੰਦੇ ਤੀਰਥਾਂ ਤੇ ਜਾ ਕਰਕੇ ਦੇਹੀ ਧੋਂਦਾ ਰਹਿੰਦਾ, ਚੱਕਰ ਬਣਾਵੈ, ਪਾਰਖਤ ਆਦਿ ਸ਼ਿਵ ਦੇ ਚੱਕਰ ਆਪਣੇ ਸਰੀਰ ਤੇ ਬਣਾਉਂਦਾ ਰਹਿੰਦਾ ਵੀ ਇਹ ਸਰੀਰ ਦਾ ਨਾਸ ਨਾ ਹੋਵੇ। ਤੇ ਕਹਿੰਦੇ ਫਿਰ ਮਾਇਆ ਦੇ ਪਿੱਛੇ ਦੌੜਾ ਫਿਰਦਾ, ਮਾਇਆ ਨੂੰ ਬਹੁਤਾਵੈ। ਧਾਵੇ ਕਹਿੰਦੇ ਨੇ ਦੌੜਨਾ, ਮਾਇਆ ਇਕੱਠੀ ਕਰਨ ਦੇ ਲਈ ਹੀ ਇੱਧਰ ਦੌੜਾ ਫਿਰਦਾ ਹੈ, ਇਹਦੇ ਅੰਦਰ ਕੁਝ ਨਹੀਂ ਹੈ ਜੀ। ਅੰਦਰ ਮੈਲ ਨਾ ਉਤਰੈ ਹਉਮੈ ਫਿਰ ਆਵੈ ਜਾਵੈ। ਅੰਦਰ ਹਉਮੈ ਦੀ ਮੈਲ ਲੱਗੀ ਹੋਈ ਹੈ, ਨਾਮ ਜਪਣ ਤੋਂ ਬਗੈਰ ਉਹ ਉਤਰਦੀ ਨਹੀਂ। ਫਿਰ ਦੁਬਾਰਾ ਜਨਮ ਲੈ ਕਰਕੇ ਮੌਤ ਪ੍ਰਾਪਤ ਕਰਕੇ ਆਉਂਦਾ ਜਾਂਦਾ ਰਹਿੰਦਾ ਹੈ ਜੀ। ਨੀਂਦ ਵਿਆਪਿਆ ਕਾਮ ਸੰਤਾਪਿਆ ਮੁਖੋਂ ਹਰ ਹਰ ਕਹਾਵਾ। ਤੇ ਹਿਰਦੇ ਦੇ ਵਿੱਚੋਂ ਨੀਂਦ ਦੇ ਨਾਲ ਜੁੜਿਆ ਹੋਇਆ ਹੈ, ਹਿਰਦਾ ਇਹਦਾ ਸੁੱਤਾ ਹੋਇਆ। ਕਾਮ ਵਿਆਪਿਆ, ਮਨ ਦੇ ਵਿੱਚ ਕਾਮਨਾ ਵਧੀ ਹੋਈ ਹੈ, ਇਸ ਦੇ ਉੱਤੇ ਵਿਸ਼ੇ ਵਿਕਾਰਾਂ ਵੱਲ ਵਧਿਆ ਹੋਇਆ ਹੈ। ਤੇ ਇਸੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਨੀਂਦ ਵਿਆਪਿਆ ਕਾਮ ਸੰਤਾਪਿਆ ਮੁਖੋਂ ਹਰ ਹਰ ਕਹਾਵੇ। ਮੁਖ ਦੇ ਵਿੱਚੋਂ ਹਰ ਹਰ ਕਹਾਉਂਦਾ ਵੀ ਮੈਂ ਹੀ ਵੱਡਾ ਨਾਮ ਜਪਣ ਵਾਲਾ, ਮੇਰੇ ਵਰਗਾ ਨਾਮ ਜਪਣ ਵਾਲਾ ਤਾਂ ਕੁਝ ਹੈ ਹੀ ਨਹੀਂ। ਬਾਰ-ਬਾਰ ਉਸ ਪਰਮੇਸ਼ਰ ਦਾ ਨਾਮ ਲੈਂਦਾ ਹੈ, ਦੁਨੀਆ ਨੂੰ ਠੱਗਣ ਦੇ ਵਾਸਤੇ ਇਹੋ ਜਿਹੇ ਕਾਰਜ ਕਰਦਾ ਹੈ ਜੀ। ਵੈਸਨੋ ਨਾਮ ਕਰਮ ਹੋ ਜੁਗਤਾ ਤੋਹ ਕੁੱਟੇ ਕਿਆ ਫਲ ਪਾਵੈ। ਨਾਮ ਤਾਂ ਆਪਣਾ ਵੈਸਨੋ ਰੱਖ ਲਿਆ ਵੀ ਮੇਰੇ ਵਰਗਾ ਵੈਸ਼ਨੋ ਵੀ ਸਾਧ ਕੋਈ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕਰਮ ਹੋ ਜੁਗਤਾ। ਜੁਗਤੀ ਜਿਹੜੀ ਹੈ ਨਾ, ਇਹਦੇ ਕਰਮ ਜਿਹੜੇ ਨੇ ਉਹ ਹਉਮੈ ਵਾਲੇ ਨੇ। ਤੇ ਇਸੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਤੋਹ ਕੁੱਟੇ, ਜਿਵੇਂ ਫੂਸ ਨੂੰ ਕੁੱਟੀਦਾ ਨਾ, ਝੋਨੇ ਦੀ ਫੂਸ ਚਾਵਲਾਂ ਦੇ ਉੱਪਰੋਂ ਕੱਢਿਆ ਹੋਇਆ, ਉਹਦੇ ਵਿੱਚੋਂ ਕੁਝ ਮਿਲਦਾ ਨਹੀਂ। ਤੋਹ ਕੁੱਟੇ ਕਿਆ ਫਲ ਪਾਵੇ, ਕੀ ਫਲ ਪ੍ਰਾਪਤ ਹੋਵੇਗਾ ਜੀ। ਹੰਸਾ ਵਿੱਚ ਬੈਠਾ ਬਾਗ ਨਾ ਬਣਾਈ ਨਿਤ ਬੈਠਾ ਮੱਛੀ ਨੂੰ ਤਾਰ ਲਾਵੇ। ਹੁਣ ਹੰਸਾਂ ਦਾ ਰੰਗ ਸਫੇਦ ਹੋਇਆ ਕਰਦਾ, ਸਫੇਦ ਬਗਲਾ ਵੀ ਹੁੰਦਾ ਹੈ। ਹੰਸਾਂ ਦੇ ਵਿੱਚ ਬੈਠਾ ਹੋਇਆ ਬਗਲਾ ਜਿਹੜਾ ਹੈ ਉਹ ਹੰਸ ਨਹੀਂ ਬਣ ਜਾਇਆ ਕਰਦਾ। ਬਾਗ ਨਾ ਬਣਾਈ, ਕਹਿੰਦੇ ਹੰਸ ਨਾ ਬਣਦਾ ਹੈ। ਨਿਤ ਬੈਠਾ ਮੱਛੀ ਨੂੰ ਤਾਰ ਲਾਵੇ, ਹਮੇਸ਼ਾ ਇਸ ਧਿਆਨ ਦੇ ਵਿੱਚ ਬੈਠਾ ਰਹਿੰਦਾ ਮੱਛੀ ਕਦੋਂ ਨਿਕਲੇ ਤੇ ਚੁੰਝ ਦੇ ਨਾਲ ਛਕ ਕਰਕੇ ਜਾਵਾਂ ਅੱਗੇ, ਕਦੋਂ ਮੇਰਾ ਸ਼ਿਕਾਰ ਨਿਕਲੇ। ਇਹੋ ਜਿਹੇ ਪਖੰਡੀਆਂ ਦੀ ਇਸ ਸੰਸਾਰ ਦੇ ਵਿੱਚ ਬੜੀ ਭੀੜ ਲੱਗੀ ਹੋਈ ਆ ਵੀ ਕਿਹੋ ਕੋਈ ਸ਼ਿਕਾਰ ਨਿਕਲੇ, ਕੋਈ ਧਾਰਮਿਕ ਬੰਦਾ ਹੋਵੇ ਤੇ ਮੈਨੂੰ 4 ਪੈਸੇ ਦੇਵੇ ਤੇ ਮੈਂ ਅੱਗੇ ਜਾਂਦਾ ਫਿਰਾਂ। ਜਾ ਹੰਸ ਸਭਾ ਵਿਚਾਰ ਕਰ ਦੇਖਣਾ ਤਾ ਬੱਗਾ ਨਾਲ ਜੋੜ ਕਦੇ ਨਾ ਆਵੇ। ਤੇ ਜੇ ਹੰਸਾਂ ਦੀ ਸਭਾ ਉਹ ਵਿਚਾਰ ਕਰਕੇ ਇਹ ਦੇਖਣ ਨਾ ਵੀ ਇਹ ਬੱਗ ਬੈਠਾ ਹੈ ਵਿੱਚ, ਜਾਂ ਕਹੀਏ ਗੁਰਮੁਖਾਂ ਦੀ ਸਭਾ ਜਿਹੜੀ ਉਹ ਵਿਚਾਰ ਕਰਕੇ ਦੇਖੇ ਵੀ ਇਹ ਜਿਹੜਾ ਬੈਠਾ ਇਹ ਕੌਣ ਹੈ, ਤੇ ਕਹਿੰਦੇ ਨੇ ਉਹਦਾ ਫਿਰ ਜੋੜ ਉਹਨਾਂ ਗੁਰਮੁਖਾਂ ਦੇ ਨਾਲ ਹੰਸ ਜਨਾਂ ਦੇ ਨਾਲ ਬਣਦਾ ਨਹੀਂ ਹੈ ਜੀ। ਹੰਸਾ ਹੀਰਾ ਮੋਤੀ ਚੁਗਣਾ ਬਾਗ ਡੱਡਾ ਪਾਲਣ ਜਾਵੇ। ਹੰਸਾਂ ਦਾ ਤਾਂ ਖਾਣਾ ਹੀ ਹੀਰਾ ਮੋਤੀ ਚੁਗਣਾ ਹੈ। ਹੰਸ ਜਿਹੜੇ ਨੇ ਉਹ ਹੀਰਾ ਮੋਤੀ ਚੁਗਦੇ ਨੇ। ਇਸੇ ਕਰਕੇ ਨਾਮ ਦੇ ਵਪਾਰੀ ਜਿਹੜੇ ਨੇ ਉਹ ਨਾਮ ਹੀ ਜਪਦੇ ਨੇ ਗੁਰਮੁਖ ਪਿਆਰੇ। ਹੰਸ ਹੀਰਾ ਮੋਤੀ ਚੁਗਦੇ ਨੇ ਤੇ ਬੱਗ ਜਿਹੜਾ ਹੋਇਆ ਕਰਦਾ ਉਹ ਡੱਡੀਆਂ ਭਾਲਣ ਹੀ ਜਾਂਦਾ ਹੈ।
ਉਹਨੂੰ ਡੱਡੀਆਂ ਦੀ ਜ਼ਰੂਰਤ ਹੋਇਆ ਕਰਦੀ ਹੈ, ਇਸ ਕਰਕੇ ਉਹਦਾ ਮਿਲ ਜਿਹੜਾ ਉਹਨਾਂ ਦੇ ਨਾਲ ਰਹਿੰਦਾ ਨਹੀਂ। ਉਡਰਿਆ ਵਿਚਾਰਾ ਬਗੁਲਾ ਮਤ ਹੋਵੇ ਮੰਜ ਲਖਾਵਾ। ਤੇ ਉਹ ਉੱਡ ਕਰਕੇ ਬਗਲਾ ਫਿਰ ਜਦੋਂ ਪਤਾ ਲੱਗ ਜਾਂਦਾ ਨੇ ਵੀ ਇਹਨਾਂ ਸਾਰਿਆਂ ਗੁਰਮੁਖਾਂ ਨੂੰ ਪਤਾ ਲੱਗ ਗਿਆ ਮੇਰਾ ਪਾ ਜੁਗੜ ਗਿਆ, ਤੇ ਉੱਡ ਕਰਕੇ ਚਲੇ ਜਾਇਆ ਕਰਦਾ ਵੀ ਕਿਤੇ ਇਹਨਾਂ ਨੂੰ ਸਾਰੀ ਕਹਾਣੀ ਦਾ ਪਤਾ ਨਾ ਲੱਗ ਜਾਵੇ, ਇਹ ਜਾਣ ਨਾ ਲੈਣ ਮੇਰੇ ਬਾਰੇ। ਜਿਤ ਕੋ ਲਾਇਆ ਤਿਤ ਹੀ ਲਾਗਾ ਕਿਸ ਦੋਸ ਦਿੱਚਾ ਜਾ ਹਰ ਏਵੈ ਭਾਵੈ। ਜਿੱਤ ਕੋ ਲਾਇਆ, ਜਿੱਥੇ ਕੋਈ ਲਾਇਆ ਕਰਮਾਂ ਦੇ ਅਨੁਸਾਰ, ਜਿਹੜੇ ਕਰਮ ਕੀਤੇ ਨੇ ਉਸ ਅਨੁਸਾਰ ਪਰਮਾਤਮਾ ਨੇ ਉਧਰ ਲਾ ਦਿੱਤਾ, ਜਿਹੜੇ ਗੁਣ ਨੇ ਉਧਰ ਲਾ ਦਿੱਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ। ਜਿੱਤ ਕੋ ਲਾਇਆ ਤਿੱਥ ਹੀ ਲਾਗਾ, ਤਿੱਥੇ ਹੀ ਉਹ ਲੱਗਾ ਹੋਇਆ, ਕਿਸੇ ਨੂੰ ਦੋਸ਼ ਦੇਣਾ ਯੋਗ ਨਹੀਂ, ਪਰਮਾਤਮਾ ਨੂੰ ਵੀ ਦੋਸ਼ ਦੇਣਾ ਯੋਗ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਪਰਮਾਤਮਾ ਨੂੰ ਇਹੋ ਹੀ ਪਾਉਂਦਾ ਹੈ ਵੀ ਤੂੰ ਕਰਮਾਂ ਦੇ ਕਾਰਨ, ਤੇਰੇ ਗੁਣਾਂ ਦੇ ਕਾਰਨ ਤਾਂ ਪਛਾਣਿਆ ਜਾਂਦਾ ਹੈ ਦੁਨੀਆ ਵਿੱਚ, ਕਰਮਾਂ ਦੇ ਕਾਰਨ ਇੱਧਰ ਲੱਗਾ ਹੋਇਆ ਤੇ ਉਹ ਪ੍ਰਮਾਤਮਾ ਨੂੰ ਇੰਜ ਪਾਉਂਦਾ ਨਹੀਂ ਹੈ ਜੀ। ਸਤਿਗੁਰ ਸਰਵਰ ਰਤਨੀ ਭਰ ਪੂਰੇ ਜਿਸ ਪ੍ਰਾਪਤ ਸੋ ਪਾਵੈ। ਸਤਿਗੁਰੂ ਰੂਪੀ ਸਰੋਵਰ ਦੇ ਵਿੱਚ ਰਤਨਾਂ ਦੀ, ਨਾਮ ਰੂਪੀ ਰਤਨਾਂ ਦੀ ਭਰਪੂਰ ਖਜ਼ਾਨਾ ਬਣਿਆ ਪਿਆ ਹੈ। ਪਾਤਸ਼ਾਹ ਜੀ ਕਹਿੰਦੇ ਜਿਸ ਪ੍ਰਾਪਤ ਸੋ ਪਾਵੈ, ਜਿਹਨੂੰ ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ ਕਰਦੇ ਨਾਮ ਰੂਪੀ ਰਤਨਾਂ ਦੀ, ਉਹੀ ਪ੍ਰਾਪਤ ਕਰਿਆ ਕਰਦਾ, ਉਹੀ ਪ੍ਰਾਪਤ ਕਰ ਲੈਂਦਾ ਹੈ ਜੀ। ਸਿੱਖ ਹੰਸ ਸਰਵਰ ਇਕੱਠੇ ਹੋਏ ਸਤਿਗੁਰ ਕਾ ਹੁਕਮ ਆਵੈ। ਤੇ ਸਿੱਖ ਜਿਹੜੇ ਨੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਤ ਸੰਗਤ ਰੂਪੀ ਸਰੋਵਰ ਦੇ ਵਿੱਚ ਇਕੱਠੇ ਹੋ ਕਰਕੇ ਸਤਿਗੁਰ ਦੇ ਹੁਕਮ ਨੂੰ ਕਮਾਉਂਦੇ ਹਨ। ਰਤਨ ਪਦਾਰਥ ਮਾਨਕ ਸਰਵਰ ਭਰ ਪੂਰੇ ਖਾਏ ਖਰਚ ਰਹੇ ਟੋਟ ਨਾ ਆਵੈ। ਨਾਮ ਰੂਪੀ ਰਤਨ ਤੇ ਇਸੇ ਪ੍ਰਕਾਰ ਵਿਵੇਕ ਰੂਪੀ ਮਾਨਕ ਜਿਹੜੇ ਨੇ ਉਹਦੇ ਨਾਲ ਸਰੋਵਰ ਭਰਿਆ ਪਿਆ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ। ਇਹਦੇ ਵਿੱਚੋਂ ਖਰਚਦੇ ਨੇ ਵੇ, ਖਾਂਦੇ ਨੇ, ਪਰ ਕਿਸੇ ਪ੍ਰਕਾਰ ਦੀ ਤੋਟ ਨਹੀਂ ਆਉਂਦੀ, ਨਾਮ ਘਟਦਾ ਨਹੀਂ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੱਲੋਂ ਵਿਵੇਕ ਬੁੱਧੀ ਵੀ ਘਟਦੀ ਨਹੀਂ ਜੇ ਮਹਾਰਾਜ ਜੀ ਬਖਸ਼ਿਸ਼ ਕਰ ਦੇਣ ਤਾਂ। ਸਰਵਰ ਹੰਸ ਦੂਰ ਨਾ ਹੋਈ ਕਰਤੇ ਏਵੈ ਭਾਵੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਰੋਵਰ ਰੂਪੀ ਹਨ, ਉਹਨਾਂ ਦੇ ਕੋਲੋਂ ਸਿੱਖ ਰੂਪੀ ਹੰਸ ਕਦੀ ਦੂਰ ਨਹੀਂ ਹੁੰਦੇ। ਇਹ ਉਸ ਅਕਾਲ ਪੁਰਖ ਪ੍ਰਮਾਤਮਾ ਨੂੰ ਇਹੋ ਹੀ ਪਾਉਂਦਾ ਹੈ, ਚੰਗਾ ਲੱਗਦਾ ਹੈ ਜੀ। ਜਨ ਨਾਨਕ ਜਿਸ ਦਾ ਮਸਤਕ ਭਾਗ ਤੁਰ ਲਿਖਿਆ ਸੋ ਸਿੱਖ ਗੁਰੂ ਪਹਿਆਵੈ। ਮਹਾਰਾਜ ਜੀ ਕਹਿੰਦੇ ਜਿਸ ਦੇ ਮੱਥੇ ਦੇ ਉੱਪਰ ਚੰਗੇ ਲੇਖ ਲਿਖੇ ਨੇ ਵੀ ਅੱਜ ਤੂੰ ਜਾ ਕਰਕੇ ਗੁਰੂ ਦੇ ਦਰਸ਼ਨ ਕਰਨੇ ਨੇ, ਸਤਿਗੁਰੂ ਮਹਾਰਾਜ ਜੀ ਕਹਿੰਦੇ ਉਹ ਗੁਰੂ ਸਿੱਖ ਜਿਹੜਾ ਹੈ ਨਾ ਗੁਰੂ ਦੇ ਕੋਲ ਚੱਲ ਕਰਕੇ ਆਉਂਦਾ ਹੈ, ਗੁਰੂ ਦੇ ਦਰਸ਼ਨ ਕਰਕੇ ਆਪਣੇ ਹਿਰਦੇ ਵਿੱਚ ਖੁਸ਼ੀਆਂ ਪ੍ਰਾਪਤ ਕਰਦਿਆਂ ਹੋਇਆਂ ਸ਼ਾਂਤੀ ਸਹਿਜ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ ਜੀ। ਆਪ ਤਰਿਆ ਕੁਟੰਬ ਸਭ ਤਾਰੇ ਸਭਾ ਸ੍ਰਿਸ਼ਟ ਛਡਾਵੈ। ਉਹ ਆਪ ਵੀ ਤਰਦਾ ਹੈ ਤੇ ਸਾਰੇ ਕੁਟੰਬ ਨੂੰ, ਆਪਣੇ ਪਰਿਵਾਰ ਨੂੰ ਵੀ ਤਾਰ ਲੈਂਦਾ ਹੈ। ਤੇ ਜਿਹੜੀ ਸਭਾ ਦੇ ਵਿੱਚ ਬੈਠਦਾ ਹੈ, ਜਿਹੜੀ ਸ੍ਰਿਸ਼ਟੀ ਦੇ ਅੰਦਰ ਸਭਾ ਦੇ ਵਿੱਚ ਬੈਠਦਾ ਹੈ, ਮਿਲਾਪ ਦੇ ਵਿੱਚ ਬੈਠਦਾ ਹੈ, ਉਸ ਨੂੰ ਵੀ ਸਾਰੇ ਨੂੰ ਇਸ ਆਉਣ ਜਾਣ ਦੇ ਚੱਕਰ ਤੋਂ, ਜਨਮ ਮਰਨ ਦੇ ਚੱਕਰ ਤੋਂ ਛੁਡਾ ਲਿਆ ਕਰਦਾ ਹੈ, ਕਿਉਂਕਿ ਉੱਥੇ ਬਾਤਾਂ ਹੀ ਉਸ ਪਰਮੇਸ਼ਰ ਦੀਆਂ ਹੋਣੀਆਂ ਨੇ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਲੜੀਵਾਰ ਚੱਲ ਰਹੇ ਸ਼ਲੋਕ ਦੇ ਵਿੱਚ ਪਾਵਨ ਵਚਨ ਬਖਸ਼ਿਸ਼ ਕੀਤੇ। ਵਿਚਾਰ ਕਰਦੇ ਆ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ, ਅਣਜਾਣ ਸਮਝ ਕਰਕੇ ਖਿਮਾ ਬਖਸ਼ਿਸ਼ ਕਰਨੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਣਹਾਰ ਹਨ, ਸਾਧ ਸੰਗਤ ਬਖਸ਼ਣਹਾਰ ਹੈ। ਬਖਸ਼ ਲੈਣਾ, ਅਸੀਸਾਂ ਦੇਣੀਆਂ ਗੁਰੂ ਪਿਆਰਿਓ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਰੋਮ ਰੋਮ ਕਰਕੇ ਰਣੀ ਹਾਂ, ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ, ਆਪਣੀ ਗੋਦੀ ਵਿੱਚ ਬੈਠਣ ਦਾ ਬਖਸ਼ਿਸ਼ ਸਮਾਂ ਬਖਸ਼ਿਸ਼ ਕੀਤਾ, ਸੁਭਾਗਾ ਅਵਸਰ ਬਖਸ਼ਿਸ਼ ਕੀਤਾ। ਸਮੁੱਚੇ ਰੂਪ ਦੇ ਵਿੱਚ ਸਿੰਘ ਸਾਹਿਬਾਨਾਂ ਦਾ, ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਸਮਾਂ ਦੇ ਕਰਕੇ ਨਿਵਾਜਿਆ ਹੈ, ਆਪ ਜੀ ਦੇ ਦਰਸ਼ਨ ਕਰਵਾਏ ਨੇ। ਭੁੱਲਾਂ ਚੁੱਕਾਂ ਦੀ ਖਿਮਾ, ਸੰਗਤ ਬਖਸ਼ਣ ਯੋਗ ਹੈ, ਸਾਧ ਸੰਗਤ ਬਖਸ਼ਣ ਯੋਗ ਹੈ। ਸਤਿਗੁਰੂ ਮਹਾਰਾਜ ਜੀ ਬਖਸ਼ਣਹਾਰ ਨੇ, ਬਖਸ਼ ਲੈਣਾ, ਅਸੀਸਾਂ ਦੇਣੀਆਂ ਗੁਰੂ ਪਿਆਰਿਓ। ਆਪ ਜੀ ਦੀਆਂ ਅਸੀਸਾਂ ਦੁਆਰਾ ਦਾਸ ਦਾ ਵੀ ਮਿਲ ਕਿਤੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਹੋ ਸਕੇ, ਤੇ ਇਸੇ ਪ੍ਰਕਾਰ ਕਿਰਪਾ ਕਰਦੇ ਰਹਿਣਾ, ਅਸੀਸਾਂ ਦੀ ਪ੍ਰਾਪਤੀ ਹੁੰਦੀ ਰਹੇ। ਆਓ ਅੰਤਲੀਆਂ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਕਰਦੇ ਹਾਂ ਜੀ। ਜਨ ਨਾਨਕ ਜਿਸ ਦਾ ਮਸਤਕ ਭਾਗ ਤੁਰ ਲਿਖਿਆ ਸੋ ਸਿੱਖ ਗੁਰੂ ਪਹਿਆਵੈ। ਆਪ ਤਰਿਆ ਕੁਟੰਬ ਸਭ ਤਾਰੇ ਸਭਾ ਸ੍ਰਿਸ਼ਟ ਛਡਾਵੈ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।